ਆਜ਼ਾਦ ਟੀਵੀ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਕੌਮ ਦੀ ਸੋਚ ਤੁਹਾਡੇ ਰੂਬਰੂ ਕਰ ਰਹੇ ਹਾਂ। ਆਓ ਸਤਿਗੁਰੂ ਦਾ ਸਮਾਜ ਦਾ ਉਟਾਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ, ਸਾਡਾ ਮਕਸਦ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ। ਤੇ ਜਿਸ ਤਰ੍ਹਾਂ ਕਿ ਲਾਸਟ ਵੀਕ ਅਸੀਂ ਤੁਹਾਡੇ ਰੂਬਰੂ ਹੋਏ ਸੀ, ਥੋੜੀ ਜਿਹੀ ਪ੍ਰੋਬਲਮ ਹੋਣ ਕਰਕੇ ਤੁਹਾਡੀਆਂ ਲਾਈਵ ਕਾਲਾਂ ਨਹੀਂ ਲੈ ਸਕੇ, ਤੇ ਅਸੀਂ 15 ਕੁ ਮਿੰਟਾਂ ਤੋਂ ਬਾਅਦ ਅਸੀਂ ਤੁਹਾਡੀਆਂ ਲਾਈਵ ਕਾਲਾਂ ਲਵਾਂਗੇ ਤੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਮੇਰੇ ਖੱਬੇ ਹੱਥ ਮੇਰੇ ਵੀਰ ਰਵਿੰਦਰ ਚੌਹਾਨ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ। ਉਹਨਾਂ ਦੇ ਨਾਲ ਸਾਡੇ ਸੁਰਿੰਦਰ ਸੁੰਡ ਜੀ, ਸੁਰਿੰਦਰ ਲਵਲੀ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਤੇ ਇਹ ਦੋਨੇ ਮੇਰੇ ਵੀਰ ਅੱਜ ਸਾਥ ਦੇਣਗੇ ਤੇ ਅਸੀਂ ਅੱਜ ਜੋ ਵੀ ਗੱਲ ਕਰਾਂਗੇ ਮਰਦਸ਼ੁਮਾਰੀ ਦੇ ਬਾਰੇ, ਜਨਗਣਨਾ ਦੇ ਬਾਰੇ ਗੱਲ ਕਰਾਂਗੇ। ਤੇ ਉਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 020363000610 ਤੇ ਕਾਲ ਕਰ ਸਕਦੇ ਹੋ। ਤੇ ਆਓ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਰਵਿਦਾਸੀਆ ਕਾਲਮ ਜੋ ਬਣਾਉਣ ਦੇ ਲਈ ਅੱਜ ਕੱਲ੍ਹ ਭਾਰਤ ਦੇਸ਼ ਦੇ ਵਿੱਚ ਇਹਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਰਵਿਦਾਸੀਆ ਸਮਾਜ ਜਾਗ ਚੁੱਕਾ ਹੈ ਤੇ ਆਪਣੇ ਧਰਮ ਦੇ ਲਈ ਆਪਣਾ ਕਾਲਮ ਬਣਾਉਣ ਦੇ ਲਈ ਤਤਪਰ ਹੈ। ਤੇ ਆਓ ਅਸੀਂ ਇੱਕ ਉਸ ਦੇ ਵਿਚਾਰ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਜੋ ਅੰਮ੍ਰਿਤ ਬਾਣੀ ਦਾ ਗੀਤ ਹੈ, ਰਵਿਦਾਸੀਆ ਧਰਮ ਦੇ ਬਾਰੇ ਗੀਤ ਹੈ ਜੀ। ਸੁਣੋ ਜੀ, ਪਲੇ ਸੌਂਗ ਪਲੀਜ਼।
ਅਣਖ ਨਾਲ ਜੇ ਜੀਣਾ ਪਊ ਰਵਿਦਾਸੀਆ ਧਰਮ ਬਣਾਉਣਾ। ਤੇ ਬਲਵੀਰ ਰਾਗਨੀ ਦੀ ਬਹੁਤ ਹੀ ਮਰਦ ਆਵਾਜ਼ ਦੇ ਵਿੱਚ ਉਹਨਾਂ ਨੇ ਗੀਤ ਗਾਇਆ ਤੇ ਮਹਿੰਦਰ ਮੇੜੂ ਦਾ ਜੋ ਇਹ ਲਿਖਿਆ ਹੈ। ਤੇ ਜਦੋਂ ਅੰਮ੍ਰਿਤ ਬਾਣੀ ਸਾਨੂੰ ਮਿਲੀ ਆ 2010 ਦੇ ਵਿੱਚ, ਤੇ ਉਸ ਵਕਤ ਇਹ ਗੀਤ ਦੀ ਜਿਹੜੀ ਆ ਅਸੀਂ ਇਹ ਗੀਤ ਰਿਕਾਰਡਿੰਗ ਕਰਾਇਆ ਸੀ। ਤੇ ਅੱਜ ਉਹ ਜਿਹੜੀ ਗੱਲ ਹੈ ਜਨਗਣਨਾ ਦੇ ਵਿੱਚ ਜਾਂ ਮਰਦਸ਼ੁਮਾਰੀ ਦੇ ਵਿੱਚ ਚੱਲਦੀ ਆ, ਤੇ ਅੱਜ ਉਸ ਦੇ ਹਾਲਾਤ ਦੇ ਉੱਤੇ ਅੱਜ ਗੀਤ ਇਹ ਜਿਹੜਾ ਟੁਕਦਾ ਆ। ਤੇ ਸਾਡਾ ਜਿਹੜਾ ਸਮਾਜ ਆ ਉਹ ਵੀ ਚਾਹੁੰਦਾ ਹੈ ਕਿ ਅਸੀਂ ਇੰਡੀਪੈਂਡੈਂਟ ਹੋਈਏ, ਆਜ਼ਾਦ ਹੋਈਏ। ਅਸੀਂ ਆਜ਼ਾਦੀ ਤਾਂ ਜ਼ਰੂਰ 1947 ਦੇ ਵਿੱਚ ਸਾਨੂੰ ਮਿਲੀ ਸੀ, ਲੇਕਿਨ ਉਹ ਆਜ਼ਾਦੀ ਜਿਹੜੀ ਸੀ ਸਾਨੂੰ ਧਾਰਮਿਕ ਤੌਰ 'ਤੇ ਆਜ਼ਾਦੀ ਅੱਜ ਤੱਕ ਨਹੀਂ ਮਿਲੀ। ਅਸੀਂ ਧਾਰਮਿਕ ਆਜ਼ਾਦੀ ਚਾਹੁੰਦੇ ਹਾਂ, ਪੋਲੀਟੀਕਲ ਆਜ਼ਾਦੀ ਦੀ ਗੱਲ ਨਹੀਂ, ਸਾਨੂੰ ਧਾਰਮਿਕ ਆਜ਼ਾਦੀ ਚਾਹੀਦੀ ਆ ਜਿਸ ਦੇ ਵਿੱਚ ਕਿਸੇ ਦਾ ਵੀ ਕੋਈ ਰੋਲ ਨਾ ਹੋਵੇ, ਕੋਈ ਵੀ ਸਾਨੂੰ ਇਹ ਨਾ ਕਵੇ ਤੇ ਤੁਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਕਰੋ, ਇਸ ਚੀਜ਼ ਨੂੰ ਇਸ ਤਰ੍ਹਾਂ ਨਾ ਕਰੋ। ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਆ ਜਾਂਦਾ ਆ, ਦੇਖਦੇ ਵੀ ਹੋਵੋਗੇ ਕਿ ਦੂਸਰੇ ਧਰਮ ਦੇ ਲੋਕ ਵੀ ਅੱਜ ਇਹ ਕਹਿਣ ਲੱਗ ਪਏ ਕਿ ਇੱਕ ਚਮਾਰਾਂ ਨੇ ਜਾਂ ਰਵਿਦਾਸੀਆਂ ਨੇ ਇੱਕ ਚੈਲੰਜ ਕਰ ਦਿੱਤਾ ਸੀ, ਇੱਕ ਆਪਣੇ ਆਪ ਨੂੰ ਰਵਿਦਾਸੀਆ ਕਹਿ ਕੇ ਆਪਣੇ ਆਪ ਨੂੰ ਉਹਨਾਂ ਨੇ ਵੱਖਰਾ ਪਹਿਚਾਣ ਦੇ ਲਈ ਆ। ਤੇ ਇਹਨਾਂ ਦੇ ਸ਼ਾਬਾਸ਼ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਬਾਰ-ਬਾਰ ਦੇਖੋਗੇ, ਚਾਹੇ ਉਹ ਕਿਸੇ ਵੀ ਬੁੱਧੀਜੀਵੀ ਕੋਈ ਵੀ ਪਾਠੀ ਜਾਂ ਗ੍ਰੰਥੀ ਬੋਲਦਾ ਆ, ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਵੱਖਰੇ ਹਾਂ ਤਾਂ ਵੱਖਰੇ ਹਾਂ। ਅੱਜ ਉਸ ਦੇ ਉੱਤੇ ਪਹਿਰਾ ਦੇ ਰਹੇ ਆ। ਮੈਂ ਭਾਰਤ ਦੇਸ਼ ਦੇ ਸਾਰੇ ਹੀ ਭੈਣ ਭਰਾਵਾਂ ਨੂੰ, ਰਵਿਦਾਸੀਆ ਕਮਿਊਨਿਟੀ ਨੂੰ, ਛੋਟੇ ਬੜੇ ਸਾਧੂ ਸੰਤ ਸਮਾਜ ਜੋ ਵੀ ਸਾਡਾ ਆ, ਜੋ ਵੀ ਕਮੇਟੀਆਂ ਸਭਾ ਸੋਸਾਇਟੀਆਂ ਬਣੀਆਂ ਹਨ, ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਸਲੂਟ ਕਰਦਾ ਹਾਂ, ਉਹਨਾਂ ਦਾ ਵੀ ਧੰਨਵਾਦ ਕਰਦਾ ਜੋ ਇਸ ਮੁੱਦੇ ਨੂੰ ਅੱਗੇ ਲੈ ਕੇ ਤੁਰੇ ਹੋਏ ਹਨ। ਸਾਡੇ ਨਾਲ ਸੁਰਿੰਦਰ ਸਿੰਘ ਜੀ, ਤੁਸੀਂ ਜੋ ਗੀਤ ਸੁਣਿਆ ਜਾਂ ਜਨਗਣਨਾ ਹੋ ਰਹੀ ਹੈ ਮਰਦਸ਼ੁਮਾਰੀ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੇ ਜੀ ਆਪਣੇ ਰਵਾਸੀਆ ਧਰਮ ਦੀ ਗੱਲ ਹੈ, ਅੱਜ ਦੀ ਨਹੀਂ, ਤਕਰੀਬਨ ਕਾਫੀ ਚਿਰ ਤੋਂ ਇਹ ਗੁਰਦੁਆਰਿਆਂ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਵੀ ਜਿੰਨੇ ਸੰਤ ਮਹਾਂਪੁਰਸ਼ ਹੋਏ ਆ, ਉਹਨਾਂ ਨੇ ਸਾਨੂੰ ਸ਼ੁਰੂ ਤੋਂ ਇਹ ਕਿਹਾ ਵੀ ਤੁਸੀਂ ਆਪਣਾ ਜਿਹੜਾ ਧਰਮ ਜੁਦਾ ਰਜਿਸਟਰਡ ਕਰਾਓ, ਆਪਣੇ ਆਪ ਨੂੰ ਰਵਿਦਾਸੀਆ ਕਹਾਓ, ਕਿਉਂਕਿ ਜੇ ਅਸੀਂ ਨਹੀਂ ਆਪਣੇ ਆਪ ਨੂੰ ਰਵਿਦਾਸੀਆ ਲਿਖਦੇ ਤਾਂ ਸਾਨੂੰ ਦੂਜੇ ਧਰਮਾਂ ਦੇ ਵਿੱਚ ਸਾਡੀ ਗਿਣਤੀ ਗਿਣੀ ਜਾਂਦੀ ਆ। ਇਸ ਕਰਕੇ ਸਾਨੂੰ ਚਾਹੀਦਾ ਅਸੀਂ ਰਵਿਦਾਸੀਆ ਲਿਖੀਏ, ਕਿਉਂਕਿ ਸਾਡੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ ਜਿਹਦੇ ਨਾਲ ਕਿ ਸਾਨੂੰ ਗਾਂਹ ਸਾਡੇ ਰਾਈਟਸ ਮਿਲ ਸਕਦੇ ਆ ਤੇ ਸਾਡੀ ਇੱਕ ਵੱਖਰੀ ਕੌਮ, ਵੱਖਰੀ ਪਹਿਚਾਣ, ਔਰ ਉਹਦੇ ਨਾਲ ਅਸੀਂ ਸਾਰਿਆਂ ਨਾਲ ਰਲ ਮਿਲ ਕੇ ਕੰਮ ਵੀ ਕਰ ਸਕਦੇ ਹਾਂ ਤੇ ਇਹਦੇ ਨਾਲ ਸਾਨੂੰ ਹੋਰ ਤਰੱਕੀ ਵੀ ਮਿਲ ਸਕਦੀ ਆ। ਤੇ ਸਾਨੂੰ ਚਾਹੀਦਾ ਹੈ ਜਿੱਦਾਂ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਸਾਨੂੰ ਰਵਿਦਾਸੀਆ ਧਰਮ ਲਿਖਾਉਣਾ ਚਾਹੀਦਾ, ਤੇ ਅਸੀਂ ਵੱਧ ਤੋਂ ਵੱਧ ਸਾਰਿਆਂ ਨੂੰ ਇਹ ਸੂਚਨਾ ਦਈਏ ਕਿ ਜਦੋਂ ਵੀ ਤੁਹਾਨੂੰ ਫਾਰਮ ਆਉਂਦੇ ਆ ਤੁਸੀਂ ਉੱਤੇ ਆਪਣਾ ਰਵਿਦਾਸੀਆ ਧਰਮ ਲਿਖ ਕੇ ਭੇਜੋ ਜੀ। ਹਾਂਜੀ ਸੁਰਿੰਦਰ ਜੀ, ਧੰਨਵਾਦ ਤੁਹਾਡਾ। ਤੇ ਚੌਹਾਨ ਸਾਹਿਬ, ਤੁਸੀਂ ਵੀ ਸੌਂਗ ਸੁਣਿਆ ਤੇ ਅੱਜ ਆਪਾਂ ਤਾਂ ਲਾਸਟ ਵੀਕ ਵੀ ਇਹੀ ਗੱਲ ਕਰਦੇ ਸੀ ਜਨਗਣਨਾ ਦੇ ਬਾਰੇ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤੇ ਆਜ਼ਾਦ ਟੀਵੀ ਨੂੰ ਸੁਣਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭਾਰਤ, ਜੈ ਭੀਮ। ਅਸੀਂ ਪਿਛਲੇ ਹਫ਼ਤੇ ਵੀ ਤੁਹਾਡੇ ਸਾਹਮਣੇ ਰੂਬਰੂ ਹੋਏ ਸੀ। ਇਹ ਤੁਹਾਨੂੰ ਪਤਾ ਵੀ ਅਸੀਂ ਇਹ ਕੋਵਿਡ-19 ਕਰਕੇ 12 ਮਾਰਚ ਤੋਂ ਬਾਅਦ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਇਹ ਆਪਣੀਆਂ ਤੁਹਾਡੀਆਂ ਦੁਆਵਾਂ ਲੈਣ ਲਈ ਜਾਂ ਅਸੀਂ ਤੁਹਾਡੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨ ਲਈ ਨਹੀਂ ਕਰ ਸਕੇ। ਪਿਛਲੇ ਹਫ਼ਤੇ ਵੀ ਕੁਝ ਪ੍ਰੋਬਲਮ ਆਈਆਂ। ਸਾਡੀ ਕੋਸ਼ਿਸ਼ ਇਹ ਆ ਵੀ ਇਸ ਹਫ਼ਤੇ ਅਸੀਂ ਸਾਰਿਆਂ ਦੇ ਨਾਲ ਰਲ ਮਿਲ ਕੇ ਉਹਨਾਂ ਦੇ ਦੁੱਖ ਸੁੱਖ ਸੁਣੀਏ, ਔਰ ਸਾਰਿਆਂ ਦੇ ਨਾਲ ਅਸੀਂ ਆਪਣੀਆਂ ਇੱਕ ਸਾਂਝੀ ਵਾਲਤਾ ਵੀ ਦਿਖਾਉਣਾ ਚਾਹੁੰਦੇ ਹਨ। ਇਹ ਕੋਵਿਡ-19 ਦੇ ਵਿੱਚ ਕਈ ਸਾਡੇ ਕੋਲ ਭੈਣ ਭਰਾ ਵਿਛੜੇ ਹਨ, ਕਈਆਂ 'ਤੇ ਕਈ ਤਰ੍ਹਾਂ ਦੀ ਦੁੱਖ ਤਕਲੀਫ ਲਏ ਹੈ। ਉਹਦੇ ਵਿੱਚ ਵੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਅੱਗੇ ਚਰਨਾਂ 'ਚ ਬੇਨਤੀ ਕਰਦੇ ਹਾਂ ਉਹ ਸਾਰੇ ਤਰੀਕੇ ਨਾਲ ਵਧੀਆ ਮਾਹੌਲ ਬਣੇ, ਔਰ ਇਹ ਜਿਹੜੀ ਪਰੇਸ਼ਾਨੀ ਸਾਡੇ 'ਤੇ ਆਈ ਹੈ ਇਹ ਅਸੀਂ ਚਾਹੁੰਦੇ ਹਾਂ, ਅਰਦਾਸ ਕਰਦੇ ਮਾਲਕ ਨੂੰ ਵੀ ਅਸੀਂ ਇਹ ਤੋਂ ਬਾਹਰ ਨਿਕਲੀਏ। ਜਿੱਥੇ ਤੱਕ ਸਾਨੂੰ ਆਪਣੀ ਹੋਂਦ ਬਣਾਉਣ ਦੀ ਗੱਲ ਹੁੰਦੀ ਆ ਉਹਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ, ਹਰ ਕੋਈ ਚਾਹੁੰਦਾ ਵੀ ਇੰਡੀਪੈਂਡੈਂਟਲੀ, ਚਾਹੇ ਪੋਲੀਟੀਕਲੀ ਹੈ, ਚਾਹੇ ਸੋਸ਼ਲੀ ਹੈ, ਚਾਹੇ ਇਸ ਤਰ੍ਹਾਂ ਦੇ ਨਾਲ, ਕਿਉਂਕਿ ਹਰ ਇੱਕ ਬੰਦਾ ਆਪਣਾ ਇੱਕ ਸੋਹਣੇ ਤਰੀਕੇ ਨਾਲ ਜੀਣਾ ਚਾਹੁੰਦਾ ਹੈ, ਕਿਉਂਕਿ ਸੰਵਿਧਾਨਕ ਦੇ ਤੌਰ 'ਤੇ ਸਾਨੂੰ ਸਾਰੇ ਹੱਕ ਦਿੱਤੇ ਗਏ ਨੇ। ਇਹ ਆਵਾਜ਼ ਬਹੁਤ ਚਿਰ ਤੋਂ ਪਹਿਲਾਂ ਉੱਠਦੀ ਆਈ ਆ। ਅਸੀਂ ਬਾਕੀਆਂ ਨੂੰ ਵੀ ਕਹਿੰਦੇ ਵੀ ਆਪਣੇ ਆਪਣੇ ਹੋਂਦ ਨੂੰ ਕਾਇਮ ਰੱਖੋ। ਅਸੀਂ ਉਸ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ ਵੀ ਇਹ ਕੋਈ ਵੱਖਰੀ ਸੁਸਾਇਟੀ ਨਹੀਂ, ਬਾਕੀ ਸੰਵਿਧਾਨਕ ਤੌਰ 'ਤੇ ਹੱਕ ਹੈ, ਉਹ ਸੰਵਿਧਾਨਕ ਦੇ ਹੱਕ ਦੇ ਰਹਿੰਦੇ ਹੋਏ ਹੱਕ ਮੰਗਦੇ ਹਾਂ ਵੀ ਕਿਸ ਤਰੀਕੇ ਨਾਲ ਤੁਹਾਨੂੰ ਆਪਣੀ ਇੱਕ ਇਹ ਤੁਹਾਡੀ ਇੱਕ ਜਾਣਕਾਰੀ ਤੁਹਾਨੂੰ ਇੱਕ ਉਹ ਮਿਲਣਾ ਚਾਹੀਦਾ ਜੋ ਤੁਸੀਂ ਤੁਹਾਡਾ ਇੱਕ ਹੱਕ ਬਣਦਾ ਹੈ। ਇਸ ਕਰਕੇ ਉਹ ਇਸ ਕਰਕੇ ਕਰ ਸਕਦਾ ਕਿਉਂਕਿ ਜਦੋਂ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਹੰਭਲਾ ਮਾਰ ਕੇ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਆਪਣੇ ਆਪ ਦੀ ਹੋਂਦ ਵਿੱਚ ਨਹੀਂ ਲਿਆਉਂਦੇ, ਹੋਂਦ ਨੂੰ ਕਾਇਮ ਨਹੀਂ ਕਰਦੇ, ਉਸ ਤੋਂ ਬਾਅਦ ਫਿਰ ਅਸੀਂ ਆਪਣੇ ਜਿਹੜੇ ਕਿ
ਖੁਸ਼ੀ ਕਰਕੇ ਫ੍ਰੀਲੀ ਹੋ ਕੇ ਇਹ ਸਾਰੇ ਕੰਮ ਧੰਦੇ ਅਸੀਂ ਕਰ ਸਕਦੇ ਹਾਂ। ਇਸ ਕਰਕੇ ਹੁਣ ਇਹ ਇੱਕ ਮੇਰਾ ਖਿਆਲ ਨੈਕਸਟ ਈਅਰ ਹੋ ਰਿਹਾ ਨਾ, ਹਾਂਜੀ ਨੈਕਸਟ 21 ਇਹ 21 ਦੇ ਵਿੱਚ ਹੋ ਰਿਹਾ। ਉਸ ਤੋਂ ਬਾਅਦ ਸਾਡੇ ਕੋਲ ਕਾਫੀ ਸਮਾਂ ਹੈ। ਬਾਕੀ ਜਿੰਨੀਆਂ ਵੀ ਸਭਾਵਾਂ ਹਨ, ਜਿੰਨੇ ਵੀ ਸਾਡੇ ਡੇਰੇ ਹਨ ਜਾਂ ਹੋਰ ਸੋਸ਼ਲ ਪੋਲੀਟੀਕਲੀ ਅਦਾਰੇ ਹਨ, ਉਹ ਸਾਰੇ ਆਪਣੇ ਆਪਣੇ ਥਾਰੇ ਕੋਸ਼ਿਸ਼ ਕਰ ਰਹੇ ਹਨ। ਇਸੇ ਕਰਕੇ ਅਸੀਂ ਆਜ਼ਾਦ ਟੀਵੀ ਦੇ ਇਹ ਕੌਮ ਦੀ ਆਵਾਜ਼ ਵਿੱਚ ਅਸੀਂ ਸਾਰੇ ਭੈਣਾਂ ਭਰਾਵਾਂ ਨੂੰ ਇਹ ਆਪਣਾ ਇੱਕ ਸ਼ੇਅਰ ਕਰਨਾ ਚਾਹੁੰਦੇ, ਆਪਣੀ ਇੱਕ ਅਪੀਲ ਕਰਨਾ ਚਾਹੁੰਦੇ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਫੇਰ ਜਿੱਦਾਂ ਪਹਿਲੇ 10 ਸਾਲ ਪਹਿਲਾਂ ਕਈ ਗੱਲਾਂ ਮਿਸ ਕਰ ਗਏ ਸੀ, ਉਹਨੂੰ ਅਸੀਂ ਅੱਜ ਸਾਡੇ ਕੋਲ ਮੌਕਾ, ਉਹਨੂੰ ਅਸੀਂ ਉਸ ਗੱਲ ਨੂੰ ਆਪਣੇ ਹੱਥੋਂ ਨਾ ਜਾਣ ਦੇਈਏ। ਨਾਲ ਦੀ ਨਾਲ ਜਿੱਦਾਂ ਵੀ ਸੂਚਨਾ ਵੀ ਹੁੰਦੀਆਂ, ਸੋਗ ਸੂਚਨਾ ਵੀ ਹੁੰਦੀਆਂ ਹਨ। ਪਿਛਲੇ ਹਫਤੇ ਸਾਡੀ ਕੋਈ ਥੋੜ੍ਹੀ ਜਿਹਾ ਮਿਸਟੇਕ ਹੋ ਗਈ ਸਾਡੇ ਤੋਂ, ਉਹ ਜੋ ਉਹ ਕਹਿਣਾ ਚਾਹੁੰਦੇ ਸੀ ਅਸੀਂ ਨਹੀਂ ਕਹਿ ਸਕੇ। ਤੇ ਸੇਵਾ ਰਾਮ ਪਾਖੜੀਆਣਾ ਸਾਬਕਾ ਸਰਪੰਚ ਸੁੱਚਾ ਰਾਮ ਜਿਹੜਾ ਹੈ ਸਾਡੇ ਪਾਖੜੀਆਣੇ ਦੇ ਆ, ਜੋ ਬਹੁਤ ਹੀ ਕਲੋਜ਼ ਹੈ ਸਾਡੇ ਆਜ਼ਾਦ ਟੀਵੀ ਦੇ, ਤੇ ਉਹਨਾਂ ਦੇ ਪਿਤਾ ਜੀ ਜੋ 29/7 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਤੇ ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ 'ਚ ਜਾ ਬਰਾਜੇ ਹਨ। ਤੇ ਅਸੀਂ ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਉਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਕਿ ਸੇਵਾ ਰਾਮ ਜੀ ਬਹੁਤ ਹੀ ਇੱਕ ਸਤਿਗੁਰੂ ਦੇ ਨਾਲ ਜੁੜੇ ਹੋਏ ਸਨ, ਡੇਰਾ ਸੱਚਖੰਡ ਬੱਲਾਂ ਦੇ ਸ਼ਰਧਾਲੂ ਸਨ, ਤੇ ਉਹ ਆਪਣਾ ਆਖਰੀ ਜਿਹੜਾ ਪਲ ਆ ਜਿਹੜਾ ਉਹਨਾਂ ਨੇ ਡੇਰਾ ਬੱਲਾਂ ਦੇ ਨਾਲ ਹੀ ਗੁਜ਼ਾਰੇ ਹਨ। ਤੇ ਉਹਨਾਂ ਦੀ ਜਿਹੜੀ ਸੋਚ ਸੀ ਬਹੁਤ ਹੀ ਡੂੰਘੀ ਔਰ ਸਤਿਗੁਰੂ ਦਾਸ ਮਹਾਰਾਜ ਦੇ ਮਿਸ਼ਨ ਤੇ ਚੱਲਦੇ ਸਨ, ਔਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਸਤਿਗੁਰੂ ਦਾਸ ਮਹਾਰਾਜ ਦੇ ਮਿਸ਼ਨ ਤੇ ਲਾਇਆ। ਔਰ ਸੁੱਚਾ ਪਾਖੜੀਆਣੇ ਨੂੰ ਅਸੀਂ ਆਪਣੇ ਵੱਲੋਂ ਆਜ਼ਾਦ ਟੀਵੀ ਵੱਲੋਂ ਉਹਨਾਂ ਨੂੰ ਉਹਨਾਂ ਦੇ ਦੁੱਖ ਦੇ ਵਿੱਚ ਸਹਾਈ ਹੁੰਦੇ ਹਾਂ। ਤੇ ਅਸੀਂ ਇਹੀ ਸਤਿਗੁਰੂ ਦਾਸ ਮਹਾਰਾਜ ਚਰਨਾਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਜੀ। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲਦੇ ਜੀ? ਹੈਲੋ ਜੀ ਆਵਾਜ਼ ਸਾਡੀ ਬੰਦ। ਹਾਂਜੀ ਕਲੇਰ ਸਾਹਿਬ ਬੋਲਦੇ ਜੀ? ਹਾਂਜੀ ਹਾਂਜੀ ਵੀਰ ਜੀ, ਕੌਣ ਬੋਲ ਰਹੇ ਜੀ? ਹੈਲੋ ਆਵਾਜ਼ ਵਿੱਚ ਬਹੁਤ ਆਉਂਦੀ, ਮੈਂ ਰਾਜਮਾਨ। ਹਾਂਜੀ ਰਾਜਮਾਨਕ ਜੀ, ਕੀ ਕਹਿਣਾ ਚਾਹੁੰਦੇ ਹੋ? ਆ ਰਹੀ ਹੈ ਪਤਾ ਨਹੀਂ। ਨਹੀਂ ਆਵਾਜ਼ ਤਾਂ ਠੀਕ ਹੈ ਜੀ, ਸਾਨੂੰ ਤੁਸੀਂ ਬੋਲੋ ਕੋਈ ਨਹੀਂ। ਹਾਂਜੀ ਮੈਂ ਸਰ ਇਹੀ ਵਿਚਾਰ ਕਰਨੀ ਸੀ, ਠੀਕ ਆ, ਤੁਸੀਂ ਰਵਦਾਸੀਆਂ ਬਾਰੇ ਵਿਚਾਰਾਂ ਕਰ ਰਹੇ ਆ। ਹਾਂਜੀ ਤੇ ਇਸ ਦੇ ਲਈ ਜਿੱਦਾਂ ਦੀ ਮਾਹੌਲ ਆਪਣੇ ਸਾਹਮਣੇ ਆਉਣਾ ਚਾਹੀਦਾ ਉਹ ਆਇਆ ਨਹੀਂ ਅਜੇ ਜੀ। ਕਿਉਂਕਿ ਦੇਖੋ ਸੰਸਥਾਵਾਂ ਤਾਂ ਬਣੀ ਜਾਂਦੀਆਂ ਆ। ਹਾਂਜੀ ਬੜਾ ਚਿਰ ਹੋ ਗਿਆ, ਮੈਂ ਤੁਹਾਨੂੰ ਸ਼ਾਇਦ ਯਾਦ ਕਰਾ ਲਵਾਂ, ਤੁਸੀਂ ਵੀ ਯੂਰਪ ਗਏ ਸੀਗੇ ਉਦੋਂ। ਹਾਂਜੀ ਤੇ ਉੱਥੇ ਵੀ ਸੰਸਥਾ ਤੁਸੀਂ ਬਣਾਈ ਸੀ, ਉਹ ਅੱਜ ਤੱਕ ਤਾਂ ਉਹ ਸਾਹਮਣੇ ਉਹਦੇ ਵੱਲੋਂ ਆਇਆ ਨਹੀਂ। ਕਿਹੜੀ ਸੰਸਥਾ ਜੀ? ਸਾਡੇ ਜ਼ਰੂਰ ਗਏ ਯੂਰਪ ਬਥੇਰੇ। ਕਿੱਥੇ ਬਣਾਈ ਸੀ ਮੈਂ ਜੀ? ਇਹ ਕਹਿਣਾ ਚਾਹੁੰਦਾ ਵੀ ਰਵਦਾਸੀ ਦਾ ਸਾਡਾ ਬਣਿਆ ਵਾ ਆ, ਜੇ ਅਸੀਂ ਆਪੋ ਆਪਣੇ ਜ਼ਿੰਮੇਵਾਰੀਆਂ, ਹਾਂਜੀ ਸਾਨੂੰ ਕੁਝ ਪ੍ਰਧਾਨਗੀ ਦੀ ਸੇਵਾ ਹੋਵੇ ਤੇ ਅਸੀਂ ਕਹਿੰਦੇ ਉਹਦੇ ਉੱਪਰ ਅੜੇ ਰਵਾਂਗੇ ਵੀ ਸਾਡੇ ਕਰਕੇ ਹੀ ਇਹ ਕਿਹੜਾ ਕਿੱਦਾਂ ਹੋਣਾ ਹੈ ਜੀ। ਇਹ ਤਾਂ ਇੰਨਾ ਕੋਈ ਹਾਲ ਚਾਲ ਸੀਗਾ ਨਹੀਂ, ਜਿੱਦਾਂ ਸੈਂਸਸ ਲਾਗੇ ਆ ਗਈ ਆ। ਹਾਂਜੀ ਸਾਨੂੰ ਚਾਹੀਦਾ ਵੀ ਅਸੀਂ ਆਪਣੇ ਵੱਲੋਂ ਇੱਕੋ ਹੀ ਗੱਲ ਕਰੀਏ, ਸਾਡਾ ਪ੍ਰੋਗਰਾਮ ਇੱਕੋ ਹੀ ਆ, ਫਿਰ ਰਵਦਾਸੀਏ ਹੋਣਾ ਚਾਹੀਦਾ ਵਾ। ਹੈਲੋ ਮੈਂ ਤਾਂ ਇਹੀ ਵਿਚਾਰ ਕਰਨੇ ਸੀਗੇ, ਮੈਂ ਕਿਹਾ ਆਵਾਜ਼ ਨਾ ਆ ਨਹੀਂ ਰਹੀ। ਓਕੇ ਜੀ ਰਾਜਮਾਨਕ ਜੀ, ਧੰਨਵਾਦ ਤੁਹਾਡਾ। ਇਹ ਸਨ ਰਾਜਮਾਨਕ ਜੀ ਜਿਨ੍ਹਾਂ ਨੇ ਕਿਹਾ ਕਿ ਇੱਕ ਇਟਲੀ ਦੇ ਵਿੱਚ 12 ਸਾਲ ਪਹਿਲਾਂ ਇੱਕ ਸੰਸਥਾ ਬਣੀ ਸੀ, ਜਿਸ ਸੰਸਥਾ ਨੇ ਕੀ ਕੰਮ ਕੀਤੇ, ਕਿਸ ਤਰ੍ਹਾਂ ਹੋਈ ਆ, ਉਹ ਪੁੱਛ ਰਹੇ ਹਨ ਮੈਨੂੰ। ਉਹਨਾਂ ਨੇ ਕਿਹਾ ਕਿ ਮੈਂ ਵੀ ਉਸ ਸੰਸਥਾ ਦੇ ਵਿੱਚ ਸੀ। ਰਾਜਮਾਨਕ ਜੀ ਜ਼ਰੂਰ ਮੈਂ ਉਸ ਸੰਸਥਾ ਦੇ ਵਿੱਚ ਸੀਗਾ, ਤੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਉਸ ਸੰਸਥਾ ਨੇ ਕੰਮ ਕੀਤੇ ਜਾਂ ਨਹੀਂ ਕੀਤੇ, ਲੇਕਿਨ ਉਹਨਾਂ ਦਾ ਜੋ ਜਨਰਲ ਸਕੱਤਰ ਹੈ ਉਹਨੂੰ ਵੀ ਮੈਂ ਪੁੱਛ ਸਕਦਾ ਹਾਂ, ਜੋ ਸੈਕਟਰੀ ਹੈ ਉਸ ਨੂੰ ਵੀ, ਖਜ਼ਾਨਚੀ ਹੈ ਜੋ ਉਹਨਾਂ ਨੂੰ ਵੀ ਮੈਂ ਪੁੱਛ ਸਕਦਾ ਹਾਂ, ਤੇ ਜੋ ਜੋ ਸਟੇਟ ਸੈਕਟਰੀ ਬਣੇ ਸਨ ਉਹਨਾਂ ਨੂੰ ਵੀ ਮੈਂ ਪੁੱਛ ਸਕਦਾ। ਲੇਕਿਨ ਜੋ ਅਹੁਦੇਦਾਰ ਹਨ ਜਿਨ੍ਹਾਂ ਨੇ ਕੀ ਕੀਤਾ ਜਾਂ ਨਹੀਂ 12 ਸਾਲਾਂ 'ਚ, ਮੈਨੂੰ ਤਾਂ ਲੱਗਦਾ ਨਹੀਂ ਉਹਨੇ ਇੱਕ ਵੀ ਕੋਈ ਮੀਟਿੰਗ ਕੀਤੀ ਹੋਵੇ। ਲੇਕਿਨ ਹਾਂ ਇਹ ਜ਼ਰੂਰ ਮੈਂ ਕਹਿ ਸਕਦਾ, ਅੰਦਰੋਂ ਅੰਦਰ ਹੀ ਬੈਠ ਕੇ ਕੌਮ ਨੂੰ ਪਾੜਨ ਦਾ ਕੰਮ ਉਸ ਬੰਦੇ ਨੇ ਜ਼ਰੂਰ ਕੀਤਾ ਹੈ, ਤੇ ਮੈਂ ਇਹ ਜ਼ਰੂਰ ਕਹਿ ਸਕਦਾ। ਤੇ ਮੇਰੀ ਯੂਰਪ ਦੇ ਵਿੱਚ ਗੱਲ ਚੱਲਦੀ 2-3 ਮਹੀਨਿਆਂ ਤੋਂ, ਲੇਕਿਨ ਕਰੋਨਾ ਵਾਇਰਸ ਹੋਣ ਕਰਕੇ ਉਹ ਗੱਲ ਜਿਹੜੀ ਹੈ ਸਿਰੇ ਨਹੀਂ ਚੜੀ। ਕਰੋਨਾ ਵਾਇਰਸ ਤੋਂ ਬਾਅਦ ਜਦੋਂ ਵੀ ਖਤਮ ਹੁੰਦਾ ਆ ਤੇ ਅਸੀਂ ਯੂਰਪ ਦੇ ਵਿੱਚ ਇੱਕ ਵੱਡਾ ਫੰਕਸ਼ਨ ਜਾਂ ਇੱਕ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ। ਜਿਹੜੇ ਪੁਰਾਣੇ ਸਾਥੀ ਉਸ ਸੰਸਥਾ ਦੇ ਸਨ ਜਾਂ ਨਵੇਂ ਸੰਸਥਾ ਬਣਨ ਵਾਲੇ ਹਨ, ਅਸੀਂ ਇਹ ਜ਼ਰੂਰ ਇਸ ਦੇ ਉੱਤੇ ਮੁੱਦੇ ਦੇ ਉੱਤੇ ਗੱਲ ਕਰਾਂਗੇ ਉਹਨਾਂ ਗੁਰੂ ਘਰਾਂ ਨਾਲ, ਉਹਨਾਂ ਸੁਭਾਵਾਂ ਦੇ ਨਾਲ, ਕਿਉਂਕਿ ਹਰ ਰੋਜ਼ ਮੇਰੀ ਗੱਲਬਾਤ ਵੀ ਚੱਲਦੀ ਰਹਿੰਦੀ ਹੈ। ਤੇ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਜਿਹੜੀ ਉਹ ਸੰਸਥਾ ਬਣੀ ਹੈ, ਜੇ ਉਸ ਦੇ ਪ੍ਰਧਾਨ ਜਾਂ ਸੈਕਟਰੀ ਜਾਂ ਖਜ਼ਾਨਚੀ ਜੇ ਕੰਮ ਨਹੀਂ ਕਰਦੇ, ਉਹਨਾਂ ਨੂੰ ਆਪਣੇ ਆਪ ਹੀ ਉਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਆ। ਇਹ ਨਹੀਂ ਕਿਸੇ ਤੇ ਕਿੰਤੂ ਪਰੰਤੂ ਕਰਨਾ ਚਾਹੀਦਾ ਵੀ ਇਹ ਫੋਟੋ ਆਪਣੀਆਂ ਲਵਾ ਰਹੇ, ਫਲਾਨਾ ਲਵਾ ਰਹੇ ਆ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੱਥੇ ਮਾਨਕ ਜੀ, ਇੱਕ ਸੰਸਥਾ ਬਣੀ ਸੀ ਇੰਗਲੈਂਡ ਦੇ ਵਿੱਚ, ਸ਼੍ਰੀ ਗੁਰਦਾਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਹਿਊਮਨ ਰਾਈਟਸ। ਉਸ ਸੰਸਥਾ ਨੇ ਵਰਲਡ ਵਾਈਡ ਜੋ ਕੰਮ ਕੀਤੇ ਸਨ ਕਿਸੇ ਵੀ ਸੰਸਥਾ ਨੇ ਅੱਜ ਤੱਕ ਨਹੀਂ ਕੀਤੇ। ਇੱਕ ਸੰਸਥਾ ਦੇ ਤੌਰ ਤੇ ਇੰਗਲੈਂਡ ਦੀ ਸੰਸਥਾ ਦੇ ਮੈਂ ਕਹਿਣ ਤੇ
ਜੇ ਕਿਸੇ ਨੇ ਸਿੱਖਣੀ ਹੋਵੇ ਚੇਅਰਮੈਨੀ ਕਿੱਦਾਂ ਕਰਨੀ ਹੈ ਤਾਂ ਸਾਊਥ ਹਾਲ ਵਾਲਿਆਂ ਤੋਂ ਸਿੱਖ ਲੈਣ, ਜੇ ਪ੍ਰਧਾਨਗੀ ਕਰਨੀ ਹੈ ਤਾਂ ਬੈੱਡਫੋਰਡ ਵਾਲਿਆਂ ਤੋਂ ਸਿੱਖ ਲੈਣ ਪ੍ਰਧਾਨਗੀ ਕਿੱਦਾਂ ਕਰੀਦੀ ਆ, ਜੇ ਸੈਕਟਰੀ ਬੋੜਾ ਕਰਨਾ ਤਾਂ ਈਸਟ ਟਾਈਮ ਵਾਲਿਆਂ ਤੋਂ ਸਿੱਖ ਲੈਣ ਕਿ ਕਿੱਦਾਂ ਕਰੀਦੀ ਆ। ਉਸ ਸੰਸਥਾ ਨੇ ਵਰਲਡ ਵਾਈਡ, ਜੈਸੇ ਕੈਨੇਡਾ ਦੀ ਗੱਲ ਕਰ ਲਓ, ਓਟਾਵਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਸਤਿਗੁਰੂ ਦਾਸ ਮਹਾਰਾਜ ਦਾ ਪ੍ਰੋਗਰਾਮ ਮਨਾਇਆ ਸੀ। ਲੰਡਨ ਦੇ ਵਿੱਚ ਵੀ 10-12 ਵਾਰ ਅਸੀਂ ਸਤਿਗੁਰੂ ਦਾਸ ਮਹਾਰਾਜ ਦਾ ਔਰ ਸੰਤ ਰਮਨ ਮਹਾਰਾਜ ਦੇ ਸ਼ਹੀਦੀ ਸਮਾਗਮ ਮਨਾਏ ਆ। ਲੇਕਿਨ ਸੰਸਥਾ ਦੇ ਪ੍ਰਧਾਨ ਸੈਕਟਰੀ ਖਜ਼ਾਨਚੀ ਬਣ ਕੇ ਘਰਾਂ 'ਚ ਬਹਿ ਜਾਣਾ, ਇਹ ਤੇ ਉਹਨਾਂ ਦੀ ਆਪਣੀ ਮਰਜ਼ੀ ਹੈ, ਅਸੀਂ ਕੁਛ ਨਹੀਂ ਉਹਦੇ ਬਾਰੇ ਕਹਿ ਸਕਦੇ। ਹਾਂਜੀ ਚੌਹਾਨ ਜੀ, ਕੁਛ ਕਹਿਣਾ ਚਾਹੁੰਦੇ? ਦੇਖੋ ਜੀ, ਆ ਜਿਹੜੀ ਗੱਲ ਹੁਣ ਉਹਨੇ ਮਾਨਕ ਜੀ ਸ਼ੇਅਰ ਕੀਤੀ, ਕਿਉਂਕਿ ਇਹ ਤੁਹਾਡੇ ਤੋਂ ਪਤਾ ਲੱਗਾ ਵੀ ਇਹ ਸਭਾ ਸੁਸਾਇਟੀਆਂ ਬਣੀਆਂ, ਉਹ ਜੋ ਕੰਮਕਾਰ ਹੋਣੇ ਚਾਹੀਦੇ ਉਹ ਨਹੀਂ ਹੋ ਰਹੇ। ਪਰ ਜਦੋਂ ਅਸੀਂ ਜਨਗਣਨਾ ਦੀ ਗੱਲ ਕਰ ਰਹੇ ਹਾਂ ਜੀ, ਇਹ ਇੱਕ ਟਿਪੀਕਲ ਐਗਜ਼ਾਮਪਲ ਆ ਸਾਡੇ ਕੋਲ। ਮੈਂ ਕਿਸੇ ਨੂੰ ਕੋਈ ਕੰਡੈਮ ਨਹੀਂ ਕਰ ਰਿਹਾ, ਨਾ ਮੈਂ ਕਿਸੇ ਨੂੰ ਕੋਈ ਆਪਣੇ ਤੋਂ ਕਰ, ਇੱਕ ਅਪੀਲ ਕਰ ਸਕਦਾ ਵੀ ਜਿੰਨਾ ਚਿਰ ਅਸੀਂ ਸਭਾ ਸੁਸਾਇਟੀਆਂ ਜਿਹੜੀਆਂ ਇੱਦਾਂ ਰਲ ਮਿਲ ਕੇ ਕੰਮ ਨਹੀਂ ਕਰਨਗੀਆਂ, ਉਹਨਾਂ ਚਿਰ ਅਸੀਂ ਜਨਗਣ ਦੀ ਜਿੰਨੀਆਂ ਮਰਜ਼ੀ ਅਪੀਲਾਂ ਕਰਦੇ ਰਹੀਏ, ਜੋ ਕਰਦੇ ਮਰਜ਼ੀ ਕਰਦੇ ਰਹੀਏ। ਅਸੀਂ ਜਿੰਨੇ ਚਿਰ 10 ਸਾਲ ਪਹਿਲਾਂ ਜੇ ਮਾਰ ਖਾਧੀ ਹੈ ਨਾ, ਉਹ ਅਸੀਂ ਫੇਰ ਮਾਰ ਖਾਂਗੇ। ਉਹ ਕਹਿੰਦੇ ਹੁੰਦੇ ਆਪੋ ਧਾਪੀ ਪੈ ਗਏ, ਧੀ ਮਾਂ ਨੂੰ ਲੁੱਟ ਕੇ ਲੈ ਗਈ। ਇਸ ਕਰਕੇ ਜਿਹੜੇ ਸਾਨੂੰ ਜਿਹੜੀਆਂ ਆਪੋ ਧਾਪੀਆਂ ਪਈਆਂ ਹੈ ਨਾ, ਪਹਿਲੀ ਗੱਲ ਤਾਂ ਮੈਂ ਇਹ ਨਾ ਜ਼ੋਰ ਕਰਨਾ, ਮੇਰੀ ਆਪਣੀ ਪਰਸਨਲ ਗੱਲ ਆ, ਮੈਂ ਵੀ ਤੁਹਾਡੇ ਨਾਲ ਰਹਿੰਦਾ। ਜਿੰਨਾ ਚਿਰ ਇੱਕ ਦੂਜੇ ਨੂੰ ਅਸੀਂ ਕੰਡੈਮ ਕਰਨਾ ਨਹੀਂ ਹਟਦੇ, ਜਿੰਨਾ ਚਿਰ ਕੀਮਤੀ ਪ੍ਰਾਣੂ ਅਸੀਂ ਬਾਹਰ ਨਹੀਂ ਆਉਂਦੇ, ਇੱਕ ਸਾਂਝੀ ਆਵਾਜ਼, ਇੱਕ ਸਾਂਝੀ ਆਵਾਜ਼ ਜੇ ਕੌਮ ਲਈ। ਮੈਂ ਕੌਮ ਦੀ ਸੋਚ ਵਿੱਚ ਇੱਕ ਆਜ਼ਾਦ ਟੀਵੀ ਤੇ ਇੱਕ ਮੈਸੇਜ ਸਾਰੇ ਭੈਣਾਂ ਭਰਾਵਾਂ ਨੂੰ ਇੱਕ ਅਪੀਲ ਕਰ ਰਿਹਾ, ਆਓ ਰਲ ਮਿਲ ਕੇ ਅਸੀਂ ਜਿੰਨਾ ਟਾਈਮ ਅਸੀਂ ਜਿਹੜੇ ਹੈ ਨਾ ਇੱਕ ਦੂਜੇ ਨੂੰ ਅਸੀਂ ਇਸ ਤਰੀਕੇ ਨਾਲ ਕਰ ਲੈਂਦੇ, ਇੱਕ ਕਿਸੇ ਟਰੈਕ 'ਤੇ ਆਈਏ, ਟਰੈਕ 'ਤੇ ਹੋ ਕੇ ਕੰਮ ਕਰੀਏ ਤਾਂ ਕਿ ਅਸੀਂ ਵਧੀਆ ਦੇਣ ਸਕੀਏ। ਉਹ ਮੈਂ ਹਮੇਸ਼ਾ ਕਹਿੰਦਾ, ਛੋਟੀ ਸੋਚ ਤੇ ਪੈਰ ਦੀ ਮੋਚ ਇਹ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ। ਇਹ ਜਿਹੜੀਆਂ ਛੋਟੀਆਂ ਛੋਟੀਆਂ, ਪਰ ਇਹ ਮੈਂ ਗੱਲ ਜ਼ਰੂਰ ਕਰਨਾ, ਜਿੰਨੇ ਵੀ ਸਾਡੇ ਪੋਲੀਟੀਕਲ ਅਦਾਰੇ ਹਨ, ਧਾਰਮਿਕ ਅਦਾਰੇ ਹਨ, ਇਹ ਸਾਡੇ ਜਿਹੜੇ ਅੰਦਰਲੀਆਂ ਜਿਹੜੀਆਂ ਗੱਲਾਂ ਸਾਰੇ ਜਾਣਦੇ ਆ, ਸਭ ਕੁਝ ਪਤਾ। ਇਸ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੋਂ ਫਾਇਦਾ ਲੈਂਦੇ ਰਹਿੰਦੇ ਹਨ। ਆਓ ਭੈਣੋ ਅਤੇ ਭਰਾਵੋ, ਇੱਕ ਅਪੀਲ ਹੈ, ਇੱਕ ਰਿਕੁਐਸਟ ਹੈ, ਕਿਸੇ ਤਰ੍ਹਾਂ ਵੀ ਅਸੀਂ ਰਲ ਮਿਲ ਕੇ ਇੱਕ ਸ਼੍ਰੀ ਗੁਰਦਾਸ ਮਹਾਰਾਜ ਦਾ ਜੋ ਇੱਕ ਮੈਸੇਜ ਹੈ, ਬਾਬਾ ਸਾਹਿਬ ਦਾ ਜੋ ਮੈਸੇਜ ਹੈ, ਜੋ ਵੀ ਗੁਰੂਆਂ ਪੀਰਾਂ ਦੇ ਮੈਸੇਜ ਹਨ, ਉਹਨੂੰ ਸਮਝੇ ਦੋ ਕੇ ਅਸੀਂ ਮੈਸੇਜ ਦਈਏ ਤਾਂ ਕਿ ਰਲ ਮਿਲ ਕੇ ਅਸੀਂ ਇੱਕ ਵਧੀਆ ਜਿਹਾ ਇੱਕ ਇਹੋ ਜਿਹੀ ਦੁਨੀਆ ਬਣਾ ਸਕੀਏ। ਬੇਗਮਪੁਰ ਦੀ ਗੱਲ ਅਸੀਂ ਕਰਦੇ ਹਾਂ, ਆਹ ਕੋਈ ਗੱਲਾਂ ਬੇਗਮਪੁਰ ਦੀਆਂ ਗੱਲ, ਆਓ ਅਸੀਂ ਰਲ ਮਿਲ ਕੇ ਇੱਕ ਇਹੋ ਜਿਹਾ ਆਸ਼ੀਆਨਾ ਬਣਾਈਏ, ਸਾਡੇ ਬੱਚੇ ਵੀ ਸਾਨੂੰ ਕਹਿਣ ਸਾਡੇ ਪਿਓ ਦਾਦੇ ਸਾਡੇ ਲਈ ਕੁਝ ਛੱਡ ਕੇ ਗਏ, ਨਹੀਂ ਤਾਂ ਅਦਰਵਾਈਜ਼ ਅਸੀਂ ਤਾਂ ਖੇਰੂ ਖਰੂ ਹੈ, ਸਾਡੇ ਬੱਚੇ ਵੀ ਅਸੀਂ ਉਹਨਾਂ ਨੂੰ ਵੀ ਕੋਈ ਇੱਕ ਵਧੀਆ ਟਰੈਕ, ਇੱਕ ਵਧੀਆ ਲਾਈਨ ਨਹੀਂ ਦੇ ਕੇ ਜਾ ਰਹੇ। ਹਾਂਜੀ ਸੁਰਿੰਦਰ ਜੀ, ਜਿੱਦਾਂ ਕਿ ਮਾਨਕ ਨੇ ਕਿਹਾ ਕਿ ਜਿਹੜੀਆਂ ਸਭਾ ਸੁਸਾਇਟੀਆਂ ਅਸੀਂ ਬਣਾਉਂਦੇ ਹਾਂ, ਬਣਦੀਆਂ ਹਨ, ਪ੍ਰਧਾਨ ਚੇਅਰਮੈਨ ਅਸੀਂ ਵੀ ਰਹੇ ਹਾਂ, ਬੜੇ ਹਾਂ ਬੜੀਆਂ ਸਭਾ ਸੁਸਾਇਟੀਆਂ ਦੇ, ਤੇ ਲੇਕਿਨ ਜਿਹੜੇ ਕਮਿਊਨਿਟੀ ਲਈ ਕੰਮ ਕਰਨੇ, ਜੇ ਸਭਾ ਸੁਸਾਇਟੀ ਦੀ ਆਪਣੀ ਚੇਅਰ ਲੈ ਕੇ ਮੇਰੇ ਵਰਗਾ ਬੈਠ ਜਾਵੇ ਤੇ ਕਮਿਊਨਿਟੀ ਦੇ ਲਈ ਕੋਈ ਕੰਮ ਨਾ ਕਰੇ, ਤੇ ਫਿਰ ਉਸ ਦਾ ਕੀ ਹੱਲ ਹੋਣਾ ਚਾਹੀਦਾ? ਜਾਂ ਕਿ ਅੱਜ ਜਿਹੜੀ ਸਾਨੂੰ ਜਨਗਣਨਾ ਦੀ ਗੱਲ ਆ, ਕਿ ਉਹ ਸੰਸਥਾ ਜਿਹੜੀ ਵਰਲਡ ਵਾਈਡ ਸੰਸਥਾ ਬਣਾਈ ਗਈ ਸੀ, ਕੀ ਉਹ ਕੰਮ ਕਰ ਰਹੀ ਆ? ਦੇਖੋ, ਜਿਸ ਤਰ੍ਹਾਂ ਤੁਸੀਂ ਆਪਾਂ ਪਹਿਲਾਂ ਗੱਲ ਕੀਤੀ ਆ, ਸਾਰਿਆਂ ਤੋਂ ਤਾਂ ਪਹਿਲਾਂ ਆਪਾਂ ਨੂੰ ਜਿੱਦਾਂ ਸੰਤ ਮਹਾਂਪੁਰਸ਼ ਸਾਰੇ ਕਹਿੰਦੇ ਆ, ਰਵਿਦਾਸੀਆ ਧਰਮ ਲਿਖਾਉਣਾ ਚਾਹੀਦਾ। ਜਿਹੜੀਆਂ ਸਭਾ ਆਰਗੇਨਾਈਜੇਸ਼ਨਾਂ ਜਿਹੜੀਆਂ ਬਣੀਆਂ ਆ ਜੀ, ਜੇ ਉਹ ਇਹ ਕੰਮ ਨਹੀਂ ਕਰ ਸਕਦੀਆਂ ਤਾਂ ਉਹਨਾਂ ਨੂੰ ਆਪਣੇ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ, ਦੂਸਰੇ ਨੂੰ ਚਾਂਸ ਦੇਣ ਜਿਹੜਾ ਬੰਦਾ ਕੋਈ ਕੰਮ ਕਰ ਸਕੇ ਜੀ, ਕਿ ਉਹਦੇ ਨਾਲ ਕਮਿਊਨਿਟੀ ਦਾ ਵੀ ਨੁਕਸਾਨ ਹੁੰਦਾ। ਇੱਕ ਦੂਜੇ ਤੇ ਉਂਗਲਾਂ ਚੱਕਣੀਆਂ, ਜੇ ਤੁਸੀਂ ਨਹੀਂ ਕੰਮ ਕਰਦੇ ਇੱਕ ਦੂਜੇ ਤੇ ਉਂਗਲਾਂ ਚੱਕਦੇ, ਉਹ ਵੀ ਚੀਜ਼ ਗਲਤ ਆ ਜੀ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ, ਕਿਉਂਕਿ ਇਕੱਲੇ ਦਾ ਕੋਈ ਧਰਮ ਨਹੀਂਗਾ, ਸਾਰਿਆਂ ਦਾ ਰਲ ਮਿਲ ਕੇ ਇਹ ਚੀਜ਼ ਜਿਹੜੀ ਆ ਕਰਨੀ ਚਾਹੀਦੀ ਆ। ਇੱਕ ਦੂਜੇ ਨੂੰ ਕੰਡੈਮ ਨਹੀਂ ਕਰਨਾ ਚਾਹੀਦਾ, ਬਲਕਿ ਜੇ ਤੁਸੀਂ ਕਿਸੇ ਨਾਲ ਚੱਲਦੇ ਆ ਉਹ ਤੁਹਾਨੂੰ ਕੌਮ ਨੂੰ ਜ਼ਿਆਦਾ ਸਹਾਇਤਾ ਮਿਲਦੀ ਆ। ਪਰ ਜਿੱਦਾਂ ਮਾਨਕ ਜੀ ਨੇ ਕਿਹਾ 10-10 12-12 ਸਾਲ ਜੇ ਕੋਈ ਨਹੀਂ ਕੰਮ ਕਰ ਸਕਦਾ, ਉਸ ਵੀਰ ਨੂੰ ਦੂਜੇ ਨੂੰ ਚਾਂਸ ਦੇਣਾ ਚਾਹੀਦਾ, ਉਹਨੂੰ ਆਪਣੇ ਆਪ ਹੀ ਕਹਿਣਾ ਚਾਹੀਦਾ, ਭਾਈ ਮੈਂ ਬਿਜੀ ਹਾਂ ਕੰਮ ਦੇ ਵਿੱਚ, ਲੈ ਤੂੰ ਕੰਮ ਕਰ ਮੋਰੇ ਤੇ ਅਸੀਂ ਤੇਰੀ ਸਪੋਰਟ ਕਰਦੇ ਹਾਂ। ਇਸ ਤਰੀਕੇ ਦੇ ਨਾਲ ਵਧੀਆ ਕੰਮ ਹੋ ਸਕਦਾ। ਪਰ ਜੇ ਨਹੀਂ ਕੰਮ ਕਰਦਾ, ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਮੈਂਬਰਾਂ ਨੂੰ ਉਹਨਾਂ ਦਾ ਵੀ ਹੱਕ ਬਣਦਾ ਪੂਰਾ ਕਿ ਉਹਨਾਂ ਨੂੰ ਪੁੱਛੇ, ਉਹਨਾਂ ਨੂੰ ਬੈਠ ਕੇ ਗੱਲ ਕਰਨ ਵੀ ਭਾਈ ਜੇ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਤੁਸੀਂ ਪਿੱਛੇ ਬੈਠ ਕੇ ਸਾਡੀ ਮਦਦ ਕਰੋ। ਜੀ ਧੰਨਵਾਦ ਜੀ ਸੁਰਿੰਦਰ ਜੀ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਮਰਦਮਸ਼ੁਮਾਰੀ ਦੀ, ਅਸੀਂ ਇਹ ਗੱਲ ਉਸ ਤੇ ਮੁੱਦੇ ਤੇ ਫਿਰ ਆਉਂਦੇ ਹਾਂ, ਤੇ ਸਾਡੀ ਜਿਹੜੀ ਲਾਈਨਾਂ ਖੁੱਲ ਚੁੱਕੀਆਂ ਹਨ 020363000610। ਤੁਸੀਂ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਜਿਹੜੀ ਵੀ ਗੱਲ ਅੱਜ ਚੱਲਦੀ ਹੈ ਇਸ ਮੁੱਦੇ ਦੀ ਕਿ ਸਾਨੂੰ ਮਰਦਮਸ਼ੁਮਾਰੀ ਜਿਹੜੀ ਅਗਲੇ ਸਾਲ ਦੇ ਵਿੱਚ ਆ ਰਹੀ ਹੈ, 2021 ਦੇ ਵਿੱਚ ਆ ਰਹੀ ਆ, ਉਸ ਦੇ ਵਿੱਚ ਅਸੀਂ ਆਪਣਾ ਜਿਹੜਾ ਕੋਲਮ ਹੈ ਰਵਿਦਾਸੀਆ ਧਰਮ ਦਾ ਉਹ ਜਿਹੜਾ ਲਿਖਣਾ ਆ,
ਤੇ ਇਹ ਨਹੀਂ ਸੋਚਣਾ ਕਿ ਸਾਨੂੰ ਬਾਹਰੋਂ ਅਫਵਾਹਾਂ ਮਿਲਦੀਆਂ ਹਨ, ਜੇ ਅਸੀਂ ਆਹ ਲਿਖ ਦਿੱਤਾ ਤੇ ਅਸੀਂ ਗਿਣਤੀ ਫਲਾਨਿਆਂ ਦੀ ਹੋ ਜਾਣੀ, ਧਮਕੜਿਆਂ ਦੀ ਹੋ ਜਾਣੀ, ABC ਦੀ ਹੋ ਜਾਣੀ ਆ। ਸਾਡੀ ਗਿਣਤੀ ਕਿੱਥੇ ਹੁੰਦੀ ਕਿੱਥੇ ਨਹੀਂ ਹੁੰਦੀ, ਇਹ ਰਵਿਦਾਸੀਆ ਸਮਾਜ ਜਿਹੜਾ ਸਮਝ ਚੁੱਕਾ ਹੈ, ਸਾਧੂ ਸੰਤ ਸਮਾਜ ਸਮਝ ਚੁੱਕਾ ਹੈ। ਕਈ ਲੋਕ ਇਹ ਕਹਿੰਦੇ ਹਨ ਕਿ ਤੁਸੀਂ ਬਾਬਾ ਸਾਹਿਬ ਨੂੰ ਪੜ੍ਹੋ ਤੇ ਫਿਰ ਗੱਲ ਕਰੋ। ਜਿੰਨੇ ਵੀ ਲੋਕ ਆ ਉਹਨਾਂ ਨੂੰ ਪਤਾ ਹੈ ਕਿ ਸਾਰੇ ਬਾਬਾ ਸਾਹਿਬ ਨੂੰ ਹੀ ਪੜ੍ਹੇ ਆ। ਬਾਬਾ ਸਾਹਿਬ ਨੇ ਵੀ ਸਤਿਗੁਰੂ ਦਾਸ ਮਹਾਰਾਜ ਨੂੰ ਪੜ੍ਹਿਆ ਸੀ, ਬਾਬਾ ਸਾਹਿਬ ਨੇ ਵੀ ਸਤਿਗੁਰੂ ਦਾਸ ਮਹਾਰਾਜ ਨੂੰ ਬੁੱਕ ਭੇਂਟ ਕੀਤੀ ਸੀ। ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਗੁਰੂ ਨੂੰ ਭੁੱਲ ਕੇ ਅਸੀਂ ਇਹ ਗੱਲ ਕਰੀਏ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ, ਤੁਸੀਂ ਆਹ ਚੀਜ਼ ਪੜ੍ਹੋ ਤੇ ਆਹ ਗੱਲ ਕਰੋ ਨਾ ਕਰੋ। ਸਾਡੇ ਤੇ ਕੋਈ ਥੋਪਣ ਵਾਲੀ ਗੱਲ ਜਿਹੜੀ ਸਦੀਆਂ ਤੋਂ ਸਾਡੇ ਉੱਤੇ ਥੋਪਿਆ ਜਾ ਰਿਹਾ ਸੀ, ਪਹਿਲਾਂ ਸਾਡੇ ਉੱਤੇ ਥੋਪਿਆ ਜਾ ਰਿਹਾ ਸੀ, ਲੇਕਿਨ ਅੱਜ ਥੋਪਣ ਵਾਲੀ ਗੱਲ ਨਹੀਂ ਸਾਡੇ ਤੇ, ਨਾ ਅਸੀਂ ਸਹਾਰਾਂਗੇ। ਤੇ ਅਸੀਂ ਬ੍ਰੇਕ ਤੇ ਜਾਣ, ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋਵਾਂਗੇ। 020363000610 ਤੇ ਤੁਸੀਂ ਕਾਲ ਕਰ ਸਕਦੇ ਹੋ। ਜੈ ਗੁਰਦੇਵ, ਧੰਨ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ 020363000610 ਤੇ ਲਾਈਵ ਕਾਲ ਲੈਂਦੇ ਆ। ਹੈਲੋ ਜੈ ਗੁਰਦੇਵ ਜੀ। ਹੈਲੋ ਸਾਹਿਬ, ਆਵਾਜ਼ ਲਈ ਵਧੀਆ, ਬਹੁਤ ਆਵਾਜ਼ ਠੀਕ ਨਹੀਂ ਆ ਰਹੀ। ਹੈਲੋ, ਤੁਹਾਡਾ ਟੈਲੀਫੋਨ ਸਿਸਟਮ ਠੀਕ ਨਹੀਂ ਹੈ, ਆਵਾਜ਼ ਨਹੀਂ ਠੀਕ ਆ ਰਹੀ। ਆਵਾਜ਼ ਨਹੀਂ ਠੀਕ ਆ ਰਹੀ? ਚਲੋ ਕੋਈ ਨਹੀਂ, ਬੋਲੋ ਜੀ। ਹੈਲੋ, ਉੱਥੋਂ ਬਾਹਰ ਨਹੀਂ ਆ ਰਹੀ। ਹੈਲੋ, ਆਵਾਜ਼ ਹੀ ਨਹੀਂ ਆ ਰਹੀ। ਸੌਰੀ, ਤੇ ਸਾਡੇ ਕੋਈ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਫੇਰ ਪਈ ਅੱਜ, ਤੇ ਸੌਰੀ। ਅਸੀਂ ਕਾਲ ਟਰਾਈ ਕਰੋ, ਜੇ ਹੁੰਦੀ ਹੈ ਤਾਂ ਦੇਖੋ ਕੀ ਕਰ ਸਕਦੇ ਆ ਕਿ ਨਹੀਂ ਇਸ ਦੇ ਬਾਰੇ। ਤੇ ਉਹਨੂੰ ਕੋ ਫੋਨ ਤੁਹਾਨੂੰ ਦੇ ਦੇ। ਬਾਕੀ 020363000610 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਸੁਰਿੰਦਰ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਤੇ ਇਹ ਜਿਹੜੀ ਜਨਗਣਨਾ ਆ, ਜਦੋਂ ਸਾਡਾ ਸਮਾਜ ਐਡਾ ਵੱਡਾ ਆ, ਜੇ ਅਸੀਂ ਕਹਿੰਦੇ 85% ਆ, ਚਲੋ 85 ਨੇ 40 ਲਾ ਲਓ, 30 ਲਾ ਲਓ, 35 ਲਾ ਲਓ, ਕਿਤੇ ਨਾ ਕਿਤੇ ਤੇ ਜਿਹੜੀ ਸਾਡੀ ਗਿਣਤੀ ਹੋਣੀ ਚਾਹੀਦੀ ਆ। 85 ਦੇ ਵਿੱਚ ਅਸੀਂ ਇਕੱਲੇ ਹੀ ਨਹੀਂ ਹੈਗੇ, 85 ਤੇ ਸਾਰੇ ਹੀ ਆ, AC ST OBC ਜਿਹੜੇ ਆ, ਜੋ ਵੀ ਆ ਸਾਰੇ ਹੈਗੇ ਆ ਸਾਡੇ ਉਹਦੇ ਵਿੱਚ। ਪਹਿਲਾਂ ਤਾਂ ਸਾਰਿਆਂ ਤੋਂ ਅਸੀਂ ਸਾਰਿਆਂ ਨੂੰ ਕਹਿਣ ਨਾਲੋਂ ਜਿਹੜੇ ਆਪਣੇ ਰਵਿਦਾਸੀਆ ਹੈਗੇ ਆ ਉਹਨਾਂ ਨੂੰ ਤਾਂ ਰਵਿਦਾਸੀਆ ਲਿਖਣਾ ਚਾਹੀਦਾ। ਕਾਲ ਲੈ ਲਈਏ, ਲੈ ਲਓ। ਹੈਲੋ ਜਗਦੇਵ ਜੀ। ਹੈਲੋ ਹੈਲੋ, ਜੈ ਗੁਰਦੇਵ, ਧੰਨ ਗੁਰਦੇਵ। ਹੈਲੋ, ਸਾਹਿਬ ਐਂਡ ਆਵਾਜ਼ ਨਹੀਂ ਆ ਰਹੀ, ਅਨਿਲ ਆਵਾਜ਼ ਨਹੀਂ ਆ ਰਹੀ। ਹੈਲੋ, ਉਹ ਤਾਂ ਫੋਨ ਲੈ ਹੈਲੋ, ਫੋਨ ਲੈ ਲਓ। ਲੇਰ ਸਾਹਿਬ ਜੀ, ਡਿਸਟਰਬੈਂਸ ਹੋ ਰਹੀ ਆ ਫੋਨ ਦੇ ਵਿੱਚ। ਹੈਲੋ, ਹਾਂਜੀ ਆਦਲ ਉਹਨਾਂ ਨੂੰ ਕੋਈ ਨਾ ਕੋਈ ਠੀਕ ਕਰਨ। ਹਾਂਜੀ ਹੋ ਨਹੀਂ ਰਿਹਾ। ਹਾਂਜੀ ਅੱਛਾ, ਪ੍ਰੋਗਰਾਮ ਥੋੜਾ ਚੱਲ ਰਿਹਾ ਵਧੀਆ ਜੀ, ਬਹੁਤ ਸੋਹਣਾ ਟੌਪਿਕ ਹੈਗਾ, ਹਾਂਜੀ। ਪਰ ਇੱਥੇ ਆਵਾਜ਼ ਜਿਹੜੀ ਬਾਹਰ ਤੁਹਾਡੀ ਪਹੁੰਚ ਨਹੀਂ ਰਹੀ ਸਾਡੇ ਤੱਕ। ਚਲੋ ਆਵਾਜ਼ ਕੋਈ ਨਹੀਂ, ਥੋੜੀ ਜਿਹੀ ਪ੍ਰੋਬਲਮ ਹੈਗੀ। ਹਾਂਜੀ ਤੇ ਸਾਰਿਆਂ ਨੂੰ ਜੈ ਗੁਰਦੇਵ, ਧੰਨ ਦੇਵ। ਹਾਂਜੀ, ਧੰਨ ਗੁਰਦੇਵ ਜੀ। ਹੈਲੋ, ਸੌਰੀ, ਅਸੀਂ ਨਾ ਸਾਡਾ ਜਿਹੜਾ ਆ ਸਿਸਟਮ ਹੈ ਜਿਹੜਾ ਸਹੀ ਨਹੀਂ, ਪਲੀਜ਼। ਹੈਲੋ ਹੈਲੋ, ਹੈਲੋ ਜਗਦੇਵ ਜੀ। ਹਾਂਜੀ ਜੈ ਗੁਰਦੇਵ ਭਾਜੀ, ਮੈਂ ਸਰਬਜੀਤ ਬੋਲਦੀ ਦਿੱਲੀ ਤੋਂ। ਹਾਂਜੀ ਸਰਬਜੀਤ ਜੀ, ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੁਹਾਡੀ ਆਵਾਜ਼ ਬਹੁਤ ਖਰਾਬ ਹੋ ਰਹੀ ਹੈ, ਪਰ ਮੈਂ ਚਲੋ ਲੱਗ ਗਈ ਕਾਲ ਵਧੀਆ। ਚਲੋ ਕੋਈ, ਹਾਂਜੀ ਹੈਲੋ, ਹਾਂਜੀ ਹਾਂਜੀ, ਸੌਰੀ ਸਾਡੇ ਹੈ ਨਾ ਕੋਈ ਅਨਿਲ, ਲੀਵ ਦਾ ਕਾਲਸ ਪਲੀਜ਼, ਲੀਵ ਇਟ, ਡੋਂਟ ਟੇਕ ਦਾ ਐਨੀ ਕਾਲ, ਓਕੇ, ਥੈਂਕ ਯੂ। ਹਾਂਜੀ ਸੁਰਿੰਦਰ ਜੀ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ, ਸਾਨੂੰ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਹੀ ਲਿਖਣਾ ਚਾਹੀਦਾ, ਕਿਉਂਕਿ ਅਸੀਂ ਖੁਦ ਨਹੀਂ ਲਿਖ ਰਹੇ ਜੀ। ਅਸੀਂ ਕਹੀ ਜਾਂਦੇ ਲਿਖੋ ਲਿਖੋ ਲਿਖੋ, ਤੇ ਜਿਹੜੀ ਇੱਥੇ ਪਿਛਲੇ 10 ਸਾਲ ਪਹਿਲਾਂ ਹੋਈ ਸੀ ਉਹਦੇ ਵਿੱਚ ਬਹੁਤ ਘੱਟ ਬੰਦਿਆਂ ਨੇ ਸਾਡਿਆਂ ਨੇ ਲਿਖਿਆ ਸੀ ਜੀ। ਤੇ ਸਾਨੂੰ ਜਿੰਨੇ ਫੈਮਿਲੀ ਫਰੈਂਡ ਰਿਲੇਟਿਵਸ ਆ ਉਹਨਾਂ ਸਾਰਿਆਂ ਨੂੰ ਅਪਰੋਚ ਕਰਨਾ ਚਾਹੀਦਾ ਵੀ ਤੁਸੀਂ 2021 ਤੱਕ ਲਿਖੋ। ਤੇ ਇਸੇ ਤਰ੍ਹਾਂ ਇੰਡੀਆ ਜਾਂ ਵਰਲਡ ਵਾਈਡ ਜਿੱਥੇ ਵੀ ਆ ਹੋ ਰਹੀ ਹੈ ਮਰਦਮਸ਼ੁਮਾਰੀ, ਉੱਥੇ ਅਪਰੋਚ ਕਰਨਾ ਚਾਹੀਦਾ ਆਪਣੇ ਬੰਦਿਆਂ ਨੂੰ ਵੀ ਤੁਸੀਂ ਇਹ ਜ਼ਰੂਰ ਲਿਖੋ, ਕਿਉਂਕਿ ਜੇ ਅਸੀਂ ਨਹੀਂ ਲਿਖਦੇ ਤਾਂ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਡੀਆਂ ਆਰਗੇਨਾਈਜੇਸ਼ਨਾਂ ਬਣੀਆਂ, ਜੇ ਆਰਗੇਨਾਈਜੇਸ਼ਨਾਂ ਹੀ ਨਹੀਂ ਸੁੱਤੀਆਂ ਆ, ਉਹੀ ਨਹੀਂ ਅਵੇਅਰ ਕਰ ਸਕਦੀਆਂ, ਤਾਂ ਫਿਰ ਇਹ ਗੱਲ ਮਾੜੀ ਆ। ਸਾਡੀਆਂ ਆਰਗੇਨਾਈਜੇਸ਼ਨਾਂ ਦੇ ਜਿਹੜੇ ਅਹੁਦੇਦਾਰ ਆ ਉਹਨਾਂ ਨੂੰ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ ਮੋਹਰੇ ਹੋ ਕੇ ਕਰਨ ਅਤੇ ਸੰਗਤ ਨੂੰ ਨਾਲ ਜੋੜਨ। ਜੀ,
ਧੰਨਵਾਦ ਸਰਿੰਦਰ ਜੀ। ਚੌਹਾਨ ਜੀ, ਜਿਸ ਤਰ੍ਹਾਂ ਪਹਿਲਾਂ ਅਸੀਂ ਲੋਕ ਜਿਹੜੇ ਸੀਗੇ ਸਾਰੇ ਅਸੀਂ ਇਹ ਕਹਿੰਦੇ ਸੀ ਕਿ ਸਾਧੂ ਸਮਾਜ ਸੰਤ ਸਮਾਜ ਜਿਹੜਾ ਆ ਉਹ ਸੁੱਤਾ ਪਿਆ ਹੈ, ਕੁੰਭਕਰਨ ਦੀ ਨੀਂਦੇ। ਲੇਕਿਨ ਅੱਜ ਜਦੋਂ ਉਹਨਾਂ ਨੇ ਇਹ ਗੱਲ ਸਾਡੀ ਸੁਣ ਲਈ ਜਾਂ ਸੰਤ ਸਮਾਜ ਜਾਗ ਪਿਆ ਲਾ ਲਓ, ਇਸ ਤਰ੍ਹਾਂ ਹੀ ਲਾ ਲਓ, ਜਿਹੜੇ ਲੋਕ ਕਹਿੰਦੇ ਸੀ ਉਹਨਾਂ ਦੇ ਮੁਤਾਬਕ, ਲੇਕਿਨ ਸੰਤ ਸਮਾਜ ਕਦੀ ਸੁੱਤਾ ਨਹੀਂ ਸੀ। ਸੰਤ ਸਮਾਜ ਆਪਣਾ ਕੰਮ ਕਰਦਾ ਸੀ। ਜੇ ਬਨਾਰਸ ਮੰਦਿਰ ਦੇ ਵਿੱਚ ਜੇ ਸੰਤ ਸਮਾਜ ਸੁੱਤਾ ਹੁੰਦਾ, ਬਨਾਰਸ ਦੇ ਵਿੱਚ ਸਾਨੂੰ ਸਰਬਸ਼੍ਰੇਸ਼ਟ ਮੰਦਿਰ ਸਾਡਾ ਨਾ ਕਦੀ ਮਿਲਦਾ। ਤੇ ਜੇ ਸੰਤ ਸਮਾਜ ਸੁੱਤਾ ਹੁੰਦਾ, ਸਾਨੂੰ ਆਪਣੀ ਜੋ ਕੁਰਬਾਨੀ ਦਿੱਤੀ ਉਸ ਤੋਂ ਬਾਅਦ ਸਾਨੂੰ ਆਪਣਾ ਧਾਰਮਿਕ ਗ੍ਰੰਥ ਨਾ ਮਿਲਦਾ। ਜੇ ਸੰਤ ਸਮਾਜ ਸਾਡਾ ਸੁੱਤਾ ਹੁੰਦਾ ਤੇ ਜੋ ਸਾਡਾ ਹਰ ਦਾ ਨਿਸ਼ਾਨ ਹੈ, ਜਕਾਰਾ ਨਾਰਾ ਆ, ਸਾਨੂੰ ਉਹ ਕਦੇ ਨਾ ਮਿਲਦਾ ਤੇ ਅਸੀਂ ਪਤਾ ਨਹੀਂ ਕਿਸ ਗਿਣਤੀ ਦੇ ਵਿੱਚ ਗਿਣੇ ਜਾਂਦੇ। ਲੇਕਿਨ ਸੰਤ ਸਮਾਜ ਕੁੰਭਕਰਨ ਦੀ ਨੀਂਦੇ ਕਹਿਣੇ ਵਾਲਿਆਂ ਨੂੰ ਚਲੋ ਇਸ ਤਰ੍ਹਾਂ ਉਹਨਾਂ ਦੀ ਗੱਲ ਨੂੰ ਅਸੀਂ ਮੰਨਦਿਆਂ ਹੋਇਆਂ, ਜੇ ਅੱਜ ਸੰਤ ਸਮਾਜ ਸਾਡਾ ਜਾਗ ਪਿਆ ਆ ਤੇ ਜੇ ਅੱਜ ਉਹਨਾਂ ਨੇ ਆਵਾਜ਼ ਮਾਰੀ ਆ ਤੇ ਅੱਜ ਅਸੀਂ ਨਾ ਕੁੰਭਕਰਨ ਦੀ ਨੀਂਦੇ ਸੌਂ ਜਾਈਏ ਕਿ ਅਸੀਂ ਐਤਕੀ 2021 ਦੇ ਵਿੱਚ ਫਿਰ ਉਸ ਗੱਲ ਤੋਂ ਰਹਿ ਜਾਈਏ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਸਾਡੇ ਜਿਹੜੇ ਸੰਤ ਸਮਾਜ ਜੋ ਸਾਡੇ ਲਈ ਇੱਕ ਸਪਿਰਿਚੁਅਲ ਜੋ ਮੈਸੇਜ ਦੇ ਰਹੇ ਹਨ, ਉਹਦੇ ਵਿੱਚ ਸਾਨੂੰ ਉਹ ਇਸ ਗੱਲ ਲਈ ਟੁੰਮਣਾ ਜਗਾ ਰਹੇ ਹਨ ਵੀ ਇਸ ਤਰੀਕੇ ਦੇ ਨਾਲ ਅਸੀਂ ਇਕੱਠੇ ਹੋ ਕੇ ਅੱਗੇ ਹੋ ਕੇ ਹਮਲਾ ਮਾਰੇ, ਜਿਸ ਤਰ੍ਹਾਂ ਪਹਿਲਾਂ ਕਹਿ ਚੁੱਕਾ। ਉਹਦੇ ਵਿੱਚ ਸਾਡੀ ਇੱਕ ਘਾਟ ਹੈ। ਜਿਸ ਤਰ੍ਹਾਂ ਵਰਿੰਦਰ ਜੀ ਨੇ ਕਿਹਾ ਵੀ ਜਿਹੜੀ ਕਿ 10 ਸਾਲ ਪਹਿਲਾਂ ਜਿਹੜੀ ਕਿ ਜਨਗਣਨਾ ਹੋਈ ਸੀ, ਉਹਦੇ ਵਿੱਚ ਕਿੰਨਿਆਂ ਲੋਕਾਂ ਦੀ ਪਾਰਟੀਸਪੇਸ਼ਨ ਹੈ ਜੀ, ਕਿੰਨਿਆਂ ਲੋਕਾਂ ਦੀ ਪਾਰਟੀਸਪੇਸ਼ਨ ਆ, ਉਹ ਜਿਹੜੇ ਕਿ ਹੌਲੀ ਹੌਲੀ ਜਿਹੜੀ ਕਿ ਇਹਦੇ 'ਤੇ ਇਕੱਲੇ ਇਸ ਚੀਜ਼ ਨੂੰ ਘਟਾਉਣ ਦੇ ਵਾਸਤੇ, ਇਹ ਚੀਜ਼ ਨੂੰ ਡੀਫਿਊਜ਼ ਕਰਨ ਲਈ, ਵੀ ਇਸ ਚੀਜ਼ ਨੂੰ ਇੱਕ ਧਰਵਾਸ ਲਾਉਣ ਲਈ ਇੱਕ ਹੋਰ ਜਿਹੜੀ ਚਾਹੇ ਪੋਲੀਟੀਕਲ ਪਾਰਟੀਆਂ ਚਾਹੇ ਸਮਾਜਿਕ ਹਨ, ਜਿਨ੍ਹਾਂ ਨੂੰ ਆਪਣੇ ਮਸਲੇ ਹਨ, ਜਿੰਨਾ ਚਿਰ ਯੂਨਾਈਟਡ ਨਹੀਂ ਹੁੰਦੀ। ਮੈਂ ਇੱਕ ਸ਼ੇਅਰ ਕਹਿਣਾ ਚਾਹੁੰਦਾ, ਉਹਦੇ ਤੋਂ ਪਤਾ ਲੱਗ ਜਾਂਦਾ, खुद को गिरने मत दे, खुद को गिरने मत दे, क्योंकि गिरी हुई इमारत की लोग ईंट तक ले जाते हैं। खुद को गिरने मत दे, क्योंकि गिरी हुई इमारत की लोग ईंट तक ले जाते हैं और खड़ी इमारत को कोई हाथ तक नहीं लगाता। और खड़ी इमारत कोई ਇਹਦਾ मतलब ਤੁਸੀਂ ਦੇਖ ਲਓ, ਜਿੰਨਾ ਚਿਰ ਅਸੀਂ ਇਹ ਖਿਲਰੇ ਪੱਤੇ ਆ, ਲੋਕ ਕਹਿਣਾ ਚਲੋ ਠੀਕ ਹੈ, ਚਾਰ ਇੱਧਰ ਨੂੰ, ਚਾਰ ਇੱਧਰ ਨੂੰ, ਚਾਰ ਇੱਧਰ ਨੂੰ, ਉਹ ਸਾਡੀ ਇੱਕ ਯੂਨਿਟੀ ਨਹੀਂ, ਇੱਕ ਬੇਸ ਨਹੀਂ ਬਣਾ ਰਹੇ। ਤੇ ਇੱਕ ਉਂਗਲ ਦੇ ਨਾਲ ਅਸੀਂ ਕੁਝ ਨਹੀਂ ਕਰ ਸਕਦੇ। ਇੱਕ ਉਂਗਲ ਦੇ ਨਾਲ ਭਾਵੇਂ ਤੁਸੀਂ 10 ਵਾਰੀ ਮਾਰੋ, ਮੂਹਰੇ ਦਾ ਅਸਰ ਨਹੀਂ ਹੁੰਦਾ। ਜਦੋਂ ਤੁਸੀਂ 4-5 ਉਂਗਲਾਂ ਇਕੱਠੀਆਂ ਕਰਕੇ ਨਾ, ਉਹ ਇੱਕ ਘਸੁੰਨ ਬਣਦਾ, ਫਿਰ ਉਹਦੇ ਤੇ ਜਿਹੜੇ ਕਿ ਉੱਥੇ ਅੱਗੇ ਤਾਂ ਅਸਰ ਵੀ ਹੁੰਦਾ ਔਰ ਇੱਕ ਪੈਂਦਾ, ਉਹਦਾ ਅਸਰ ਵੀ ਹੁੰਦਾ ਹੈਗਾ, ਉਹਦਾ ਇਫੈਕਟ ਵੀ ਪੈਂਦਾ ਵੀ ਤੰਗ ਕੁਛ ਆ ਰਿਹਾ। ਇਸ ਕਰਕੇ ਜਿਹੜਾ ਕਿ ਸਾਧੂ ਸਮਾਜ ਕੋਸ਼ਿਸ਼ ਕਰ ਰਿਹਾ, ਸਾਧੂ ਸਮਾਜ ਯੂਨਾਈਟ ਕਰ ਰਹੇ ਹਨ, ਪਰ ਉਦੋਂ ਬਾਅਦ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਰਿਆਂ ਨੂੰ ਪਤਾ ਅਸੀਂ, ਸਾਡੇ ਕੋਲ ਇੰਨੀਆਂ ਐਵੀਨਿਊ ਖੁੱਲ੍ਹੀਆਂ ਹਨ, ਇੰਨੇ ਅਸੀਂ ਆਪਣੇ ਆਪ ਨੂੰ ਖਾਨਿਆਂ ਦੇ ਵਿੱਚ ਵੰਡ ਲਿਆ, ਅਸੀਂ ਡਿਵਾਈਡ ਹੋ ਚੁੱਕੇ ਹਾਂ। ਉਹ ਜਿਹੜੀ ਕਿ ਡਿਵੀਜ਼ਨ ਹੈ, ਡਿਵੀਜ਼ਨ ਦਾ ਫਾਇਦਾ ਜਿਹੜਾ ਕਿ ਉਹ ਲਿਆ ਰਿਹਾ। ਆਓ ਅਸੀਂ ਇਹ ਨਹੀਂ ਕਹਿ ਰਹੇ, ਬਾਕੀ ਜਿਹੜੇ ਵੀ ਆਪਣੇ ਹੋਂਦ ਨੂੰ ਕਾਇਮ ਰੱਖਣਾ ਚਾਹੁੰਦੇ ਹਨ, ਆਪਣੀ ਹੋਂਦ ਨੂੰ ਬਣਾਉਣਾ ਚਾਹੁੰਦੇ ਹਨ, ਸਾਰਿਆਂ ਨੂੰ ਇਹ ਮੈਸੇਜ ਹੈ, ਆਓ ਕਿਸੇ ਤਰੀਕੇ ਦੇ ਨਾਲ, ਨਹੀਂ ਤਾਂ ਮਾਰ ਪੈ ਰਹੀ ਹੈ। ਸਾਰਿਆਂ ਨੂੰ ਪਤਾ, ਜਿੱਥੇ ਤੱਕ ਕਲੇਜਾ ਨੇ ਮੰਦਿਰ ਦੀ ਗੱਲ ਕੀਤੀ, ਜੋ ਤੁਗਲਕਾਬਾਦ ਮੰਦਿਰ, ਉੱਥੇ ਕੀ ਹੋਇਆ, ਉਹਦੇ 'ਚ ਜੇ ਅਸੀਂ ਥੋੜ੍ਹੀ ਮੋਟੀ ਆਪਣੀ ਯੂਨਿਟੀ ਦਿਖਾਈ, ਉਹਦੇ ਯੂਨਿਟੀ ਕਰਕੇ ਅਸੀਂ ਉਹਦੇ ਵਿੱਚ ਕਈ ਕੁਛ ਹੋਇਆ। ਬਾਕੀ ਜਿੱਥੇ ਤੱਕ ਅਸੀਂ ਜਿਹੜੇ ਕਲੇਮ ਕਰਦੇ ਹਨ ਵੀ ਸਾਡੀਆਂ ਆਪਣੀਆਂ ਪਾਰਟੀਆਂ ਹਨ, ਸਾਡੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਹਨ, ਉਹ ਪੋਲੀਟੀਕਲ ਪਾਰਟੀਆਂ ਕਿਸ ਏਜੰਡੇ 'ਤੇ ਕੰਮ ਕਰ ਰਹੀਆਂ, ਕੀ ਕਰਦੀਆਂ ਹਨ, ਉਹ ਇਹਦੇ ਵਿੱਚ ਵੀ ਸਾਡੇ ਤੋਂ ਲੁਕਿਆ ਛਿਪਿਆ ਨਹੀਂ। ਅਸੀਂ ਇੱਕ ਹਾਰਾ ਨਾਰਾ ਤਾਂ ਮਾਰਦੇ ਹਾਂ, ਜਿੰਨੇ ਵੀ ਸਾਡੇ ਸੰਤ ਮਹਾਤਮਾ ਹਨ, ਜਿੰਨੇ ਵੀ ਇਸ ਲੈਵਲ 'ਤੇ ਕੰਮ ਕਰ, ਚਾਹੇ ਜਿਹਨੇ ਕਿ ਕੋਈ ਏਜੰਸੀ ਹੈ, ਚਾਹੇ ਅਸੀਂ ਸੋਸ਼ਲ ਐਕਟੀਵਿਟੀਜ਼ ਹਨ, ਉਹ ਕਿਸੇ ਕੰਮ ਦੇ ਨਹੀਂ ਰਹਿੰਦੀਆਂ ਜਿੰਨਾ ਚਿਰ ਅਸੀਂ ਇੱਕ ਇਕੱਠੇ ਹੋ ਕੇ ਇੱਕ ਦਿਨ ਮਿਲ ਜੁਲ ਕੇ ਕੰਮ ਨਹੀਂ ਕਰਦੇ। ਨਹੀਂ ਤਾਂ ਅਸੀਂ ਫਿਰ ਵੇਟ ਕਰਾਂਗੇ ਅਗਲੇ 10 ਸਾਲਾਂ ਲਈ, ਫਿਰ ਵੀ ਸ਼ਾਇਦ ਜੇ ਅਸੀਂ ਰਹੇ ਤਾਂ ਇੱਥੇ ਬੈਠ ਕੇ ਅਸੀਂ ਇਹੀ ਮੈਸੇਜ ਭੇਜ ਦੇਵਾਂਗੇ। ਅਸੀਂ ਜ਼ਰੂਰ ਆਪਣੇ ਆਪ ਨੂੰ ਕੋਸਾਂਗੇ, ਅਸੀਂ ਪਹਿਲੇ 10 ਸਾਲਾਂ 'ਚ ਕੀ ਕੱਢਿਆ, ਅਸੀਂ ਹੁਣ ਵੀ ਮੈਸੇਜ ਦੇ ਰਹੇ ਹਾਂ। ਸਾਨੂੰ ਇਹ ਨਾ ਕਹਿਣਾ ਪਵੇ ਆਉਣ ਵਾਲੇ 10 ਸਾਲਾਂ ਬਾਅਦ ਅਸੀਂ ਕੀ ਤੁਹਾਡੇ ਕੋਲ ਲੈ ਕੇ ਆਵਾਂਗੇ। ਇਸ ਕਰਕੇ ਅਸੀਂ ਇੱਕ ਮੈਸੇਜ ਦੇ ਰਹੇ ਹਾਂ, ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਕਰਨਾ ਤੁਹਾਡੇ ਹੱਥ ਵਾਸ ਹੈ। ਅਸੀਂ ਤੁਸੀਂ ਕਹੋਗੇ ਤੁਸੀਂ ਕਿਉਂ ਨਹੀਂ ਕੁਝ ਕਰਦੇ, ਅਸੀਂ ਇਸ ਤੋਂ ਪਰੇ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ। ਕਈ ਲੋਕ ਸੋਚਦੇ ਹਨ ਅਸੀਂ ਦੋਨੇ ਭਰਾ, ਕਈ ਵਾਰ 3 ਜਾਂ 4 ਭਰਾ ਹੁੰਦੇ ਹਨ, ਸਾਨੂੰ ਕੋਈ ਵੀ ਜੇ ਕੋਈ ਕਹਿੰਦੇ ਹਨ ਵੀ ਪਤਾ ਨਹੀਂ ਕਿੰਨਾ ਕੁ ਬਾਕੀ ਸੱਜਣ ਮਿੱਤਰ ਭਰਾਵਾਂ ਤੋਂ ਪੈਦਾ ਇਕੱਠੇ ਕਰਕੇ ਪ੍ਰੋਗਰਾਮ ਕਰਦੇ ਹਨ। ਅਸੀਂ ਆਪਣੀ ਮਿਹਨਤ ਦੇ ਨਾਲ, ਆਪਣੇ ਹਿਸਾਬ ਨਾਲ, ਇੱਕ ਲਗਨ ਹੈ ਕਮਿਊਨਿਟੀ ਦੇ ਨਾਲ, ਇੱਕ ਸਾਡੇ 'ਚ ਜੋਸ਼ ਹੈ ਕਮਿਊਨਿਟੀ ਦੀ ਯੂਨਿਟੀ ਲਿਆਉਣ ਲਈ ਕਰ ਰਹੇ ਹਾਂ। ਆਪਣੀ 10 ਨਵਾਂ ਦੀ ਕਿਰਤ ਕਰਕੇ ਇਹਦੇ ਵਿੱਚ ਅਸੀਂ ਜਿੰਨੇ ਚੋਗੇ ਹਾਂ ਤੁਹਾਡੇ ਸਾਹਮਣੇ ਅਸੀਂ ਰੂਬਰੂ ਹੁੰਦੇ ਹਾਂ।
ਅਸੀਂ ਕੌਮ ਦੀ ਖੋਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ। ਉਹ ਜਿੰਨਾ ਚਿਰ ਇਹ ਇੱਕ ਸਾਡੇ 'ਚ ਇੱਕ ਜੋਸ਼ ਹੈ, ਹੋਸ਼ ਹੈ, ਅਸੀਂ ਸਾਡੀ ਕੋਸ਼ਿਸ਼ ਹੋਊਗੀ ਤੁਹਾਡੇ ਸਾਹਮਣੇ ਅਸੀਂ ਇਸੇ ਤਰ੍ਹਾਂ ਇੱਕ ਬੇਨਤੀ, ਇੱਕ ਅਰਦਾਸ, ਇੱਕ ਅਪੀਲ ਲੈ ਕੇ ਆਉਂਦੇ ਰਵਾਂਗੇ ਜੀ। ਧੰਨਵਾਦ ਚੌਹਾਨ ਜੀ। ਜਿਸ ਤਰ੍ਹਾਂ ਕਿ ਚੌਹਾਨ ਸਾਹਿਬ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਕੋਲੋਂ ਕਈ ਵਾਰੀ ਹੈ ਨਾ ਪਤਾ ਨਹੀਂ ਅਫਵਾਹਾਂ ਫੈਲਾਉਂਦੇ ਆ, ਜਿਸ ਤਰ੍ਹਾਂ ਕਿ ਆਪ ਕਹਿੰਦੇ ਹੁੰਦੇ ਆ ਜਿਹੜਾ ਚੋਰ ਆ ਉਹਨੂੰ ਚੋਰ ਹੀ ਦਿਸਦੇ ਆ, ਤੇ ਲੇਕਿਨ ਅਸੀਂ ਕਿਸੇ ਤੋਂ ਅੱਜ ਤੱਕ ਪੈਸਾ ਨਹੀਂ ਲਿਆ। ਜੇ ਲਿਆ ਸੀ ਤੇ ਸਾਡੇ ਜਿਹੜੇ ਆਜ਼ਾਦ ਟੀਵੀ ਦੇ ਮਾਲਕ ਆ ਕਸ਼ਮੀਰੀ ਲਾਲ ਬੱਸਨ ਜੀ ਜਾਂ ਕਿਸੇ ਨੇ 10 20 50 ਸਾਨੂੰ ਦਿੱਤੇ ਹੋਗੇ। ਅਸੀਂ ਲੋਕਾਂ ਦੀ ਤਰ੍ਹਾਂ ਉਹ ਪਿੰਡਾਂ ਦੇ ਵਿੱਚ ਕਈ ਵਾਰੀ ਗੱਲ ਕਰਦੇ ਹੁੰਦੇ ਆ। ਇੱਕ ਫਿਲਮ ਵੀ ਬਣੀ ਸੀ, ਉਹਦੇ ਵਿੱਚ ਮੈਂ ਇੱਕ ਵਾਰੀ ਜ਼ਰੂਰ ਜਾਊਂਗਾ, ਉਸ ਫਿਲਮ ਦੇ ਬਾਰੇ ਥੋੜ੍ਹਾ ਜਿਹਾ ਦੱਸੂੰਗਾ। ਇੱਕ ਬੰਦੇ ਨੇ 5-7 ਬੰਦੇ ਲੈ ਲਏ, ਲੰਗੇ ਲੁੱਲੇ ਬੰਦੇ ਇਕੱਠੇ ਕਰਕੇ ਬੱਚਿਆਂ ਨੂੰ ਫੜ ਕੇ ਤੇ ਉਹਨੇ ਬਿਜ਼ਨਸ ਚਲਾ ਲਿਆ। ਅੱਜ ਇਹੀ ਗੱਲ ਸਾਡੇ ਸਮਾਜ ਦੇ ਵਿੱਚ ਹੋ ਰਹੀ ਆ ਕਿ ਕੋਈ ਲੰਗੇ ਲੁੱਲੇ ਬੰਦਿਆਂ ਨੇ ਅੱਜ ਬਿਜ਼ਨਸ ਚਲਾ ਲਿਆ ਕਿ 5-7 ਮੋਹਰੇ ਇਕੱਠੇ ਕਰਕੇ ਤੇ ਉਹਨਾਂ ਤੋਂ ਪੈਸੇ ਮੰਗੀ ਚਲੋ ਇਕੱਠੇ ਕਰੀ ਚਲੋ ਤੇ ਆਪ ਕਰੋੜਪਤੀ ਬਣ ਜਾਓ। ਲੇਕਿਨ ਉਹ ਕਰੋੜਪਤੀ ਜੋ ਮਰਜ਼ੀ ਬਣ ਜਾਣ, ਜੋ ਮਰਜ਼ੀ ਨਾ ਬਣ ਜਾਣ, ਲੇਕਿਨ ਸਮਾਜ ਦੇ ਨਾਲ ਧੋਖਾ ਧੜੀ ਗਦਾਰੀ ਕੌਮ ਦੇ ਨਾਲ ਜੋ ਕੀਤੀ ਜਾਵੇਗੀ, ਕੌਮ ਉਹਨਾਂ ਨੂੰ ਕਦੇ ਵੀ ਬਖਸ਼ੇਗੀ ਨਹੀਂ। ਲੇਕਿਨ ਜੇ ਅਸੀਂ ਆਜ਼ਾਦ ਟੀਵੀ 1 ਘੰਟਾ ਚਲਾਉਂਦੇ ਹਾਂ, ਜੇ ਕਿਸੇ ਦੀ ਇਸ ਦੇ ਉੱਤੇ ਆਖਿਆ ਕਿ ਬੰਦ ਕਰ ਦਿੱਤਾ ਜਾਵੇਗਾ ਤੇ ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਹਾਂ ਕਿ ਇਹ ਟੀਵੀ ਬੰਦ ਨਹੀਂ ਹੋਣਾ, ਆਜ਼ਾਦ ਟੀਵੀ ਬੰਦ ਨਹੀਂ ਹੋਣਾ। ਚਾਹੇ 50 ਹੋਰ ਟੀਵੀ ਖੁੱਲ੍ਹ ਜਾਣ, ਲੇਕਿਨ ਆਜ਼ਾਦ ਟੀਵੀ ਜ਼ਰੂਰ ਚੱਲੇਗਾ, ਆਪਣੇ ਦਮ ਤੇ ਚੱਲੇਗਾ। 1 ਘੰਟਾ ਹੀ ਚੱਲੇ, ਅੱਧਾ ਘੰਟਾ ਚੱਲੇ, 10 ਮਿੰਟ ਚੱਲੇ। ਅਸੀਂ 24 ਘੰਟੇ ਜਾਂ 20 ਘੰਟੇ ਨਹੀਂ ਚਲਾਉਣਾ ਚਾਹੁੰਦੇ, ਅਸੀਂ 1 ਘੰਟਾ ਹੀ ਸਾਡਾ ਬਹੁਤ ਆ। ਲੇਕਿਨ ਸਾਡੇ ਉੱਤੇ, ਸਾਡੇ ਟੀਵੀ ਦੇ ਉੱਤੇ ਸਾਡੇ ਸਮਾਜ ਦੀ, ਸਾਡੇ ਧਰਮ ਦੀ, ਸਾਡੇ ਸਾਧੂ ਸੰਤ ਸਮਾਜ ਦੀ, ਸਾਡੀ ਕਮਿਊਨਿਟੀ ਦੀ ਇਹੀ ਗੱਲ ਹੋਵੇਗੀ, ਨਾ ਕਿ ਅਸੀਂ ਦੂਸਰਿਆਂ ਦੇ ਕੋਲ ਜਾ ਕੇ ਪੱਲਾ ਅੱਡ ਕੇ ਤੇ ਅਸੀਂ ਆਪਣੇ ਮੰਗਤੇ ਵਾਂਗੂ ਉਹਨਾਂ ਦੇ ਕੋਲ ਅੱਗੇ ਬੈਠ ਕੇ ਜਾ ਕੇ ਮੰਗੀਏ ਜਾਂ ਮੰਗਤਾਪੁਣਾ ਕਰੀਏ, ਜਾਂ ਸਾਡੇ ਹੀ ਚੈਨਲਾਂ ਦੇ ਉੱਤੇ ਸਾਡੇ ਹੀ ਧਰਮ ਦੇ ਬਾਰੇ ਕੋਈ ਵਾਧੂ ਘਾਟੂ ਬੋਲੇ ਤਾਂ ਅਸੀਂ ਕੰਨਾਂ ਦੇ ਵਿੱਚ ਰੂੰ ਲੈ ਲਈਏ ਤੇ ਜੀਭ ਦੇ ਉੱਤੇ ਸਿੱਕਲੀਆਂ ਲੈ ਲਈਏ ਜਾਂ ਮੂੰਹ ਬੰਦ ਕਰਕੇ ਲਈਏ ਤੇ ਸਾਡੇ ਕੋਲ ਕੋਈ ਜਵਾਬ ਹੀ ਨਾ ਹੋਵੇ। ਸਮਾਜ ਪੁੱਛੂਗਾ, ਸਮਾਜ ਜਾਗਦਾ ਹੈ, ਸਮਾਜ ਜਿੰਦਾ ਹੈ। ਅੱਜ ਉਹ ਨਹੀਂ ਗੱਲ ਹੈ ਕਿ ਜੋ ਕਿਹਾ ਤੇ ਹੋ ਗਿਆ, ਸੱਚ ਆ ਸੱਚ ਆ, ਝੂਠ ਆ ਝੂਠ ਆ, ਲੇਕਿਨ ਸੱਚ ਦੇ ਨਤਾਰੇ ਇਹ ਹੋਣੇ ਵਾਲੇ ਜਲਦੀ ਨਤਾਰੇ ਹੋਣਗੇ। ਇਹ ਮੈਂ ਜ਼ਰੂਰ ਕਹਿ ਦਿੰਦਾ ਆ ਕਿ ਚਾਹੇ ਜਿੰਨੇ ਮਰਜ਼ੀ ਕੋਈ ਮੇਰੇ ਅੰਗੇਸਟ ਪ੍ਰੋਗਰਾਮ ਕਰ ਲੈਣ, ਜੋ ਜਿੰਨੇ ਮਰਜ਼ੀ ਕਰ ਲੈਣ, ਮੇਰਾ ਨੰਬਰ ਹੈਗਾ ਸਾਰਿਆਂ ਕੋਲ, ਸਕਰੀਨ ਦੇ ਉੱਤੇ ਆਉਂਦਾ ਹੈ, ਵਰਲਡ ਵਾਈਡ ਨੰਬਰ ਆ ਮੇਰਾ। ਕਿਸੇ ਨੂੰ ਵੀ ਜੇ ਕੋਈ ਪ੍ਰੋਬਲਮ ਹੈ ਮੇਰੇ ਨਾਲ, ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਿਸ ਤਰ੍ਹਾਂ ਦੀ ਮਰਜ਼ੀ ਪਿਆਰ ਦੀ ਭਾਸ਼ਾ ਦੇ ਨਾਲ ਉਹ ਗੱਲ ਕਰ ਸਕਦੇ ਹਨ, ਕਿਸੇ ਤਰ੍ਹਾਂ ਦੀ ਵੀ ਮੇਰੇ ਨਾਲ ਗੱਲ ਕਰ ਸਕਦੇ ਹਨ। ਮੈਂ ਜਵਾਬਦੇਹ ਹੋਵਾਂਗਾ ਕਿਉਂਕਿ ਮੇਰੇ ਕੋਲ ਤਾਂ ਬੰਡਲਾਂ ਦੇ ਬੰਡਲ ਭਰੇ ਪਏ ਹਨ ਚਿੱਠੀਆਂ ਦੇ, ਜੋ ਮੇਰੇ ਪਾਸ ਪਈਆਂ ਹਨ। ਉਹ ਉਂਗਲ ਮੇਰੇ ਉੱਤੇ ਚੁੱਕਣ ਤੇ ਜਿਹੜਾ ਆਪ ਹੀ ਡਾਕੂ ਹੋਵੇ ਉਹ ਦੂਆਂ ਦੇ ਉੱਤੇ ਕਿੱਦਾਂ ਉਂਗਲ ਚੁੱਕ ਸਕਦਾ ਹੈ, ਜਿਹੜਾ ਡਾਕੂ ਹੋਵੇ ਜਾਂ ਬੰਦਾ। ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ, ਜਿਹੜੇ ਲਫ਼ਜ਼ ਅੱਜ ਕੱਲ੍ਹ ਮੈਨੂੰ ਜ਼ਿਆਦਾ ਗਰਮੀ 'ਚ ਵਰਤਣੇ ਪੈਂਦੇ ਆ ਕਿਉਂਕਿ ਉਹ ਸਮਝਦੇ ਨੇ, ਉਹਨਾਂ ਨੂੰ ਸਮਝਾਉਣਾ ਜਿਹੜਾ ਉਹਦੇ ਲਫ਼ਜ਼ ਜਿਹੜੇ ਆ ਤੁਹਾਡੇ ਉਸ ਤਰ੍ਹਾਂ ਦੇ ਹੀ ਹੋਣੇ ਚਾਹੀਦੇ ਜਿਸ ਤਰ੍ਹਾਂ ਦੀ ਕੋਈ ਭਾਸ਼ਾ ਸਮਝਦਾ ਆ। ਜੇ ਅੱਜ ਭਾਰਤ ਦੇਸ਼ ਦੇ ਵਿੱਚ ਸਾਡੀ ਭਾਸ਼ਾ ਨਹੀਂ ਕੋਈ ਸਮਝਦਾ ਜਾਂ ਸਾਡੇ ਉੱਤੇ ਅਤਿਆਚਾਰ ਹੁੰਦੇ ਆ, ਸਾਡੇ ਨੌਜਵਾਨ, ਸਾਡੇ ਭੈਣ ਭਰਾ, ਮੈਂ ਕਦੀ ਨਹੀਂ ਕਹਿੰਦਾ ਕਿਸੇ ਨੂੰ, ਮੈਂ ਕਦੀ ਨਹੀਂ ਕਹੂੰਗਾ ਟੀਵੀ ਦੇ ਉੱਤੇ ਕਿ ਤੁਸੀਂ ਲੁੱਟਮਾਰ ਕਰੋ, ਕੁੱਟਮਾਰ ਕਰੋ, ਕੋਈ ਤੁਸੀਂ ਹਥਿਆਰ ਚੁੱਕੋ, ਨਹੀਂ, ਕਦੀ ਨਹੀਂ। ਧਰਮ ਦੀ ਭਾਸ਼ਾ ਬੋਲੋ, ਸੰਵਿਧਾਨਿਕ ਹੱਕ ਆ ਤੁਹਾਡੇ ਜਿਹੜੇ ਬੋਲਣ ਦੇ, ਉੱਥੇ ਤੱਕ ਉਨੀ ਤੱਕ ਤੁਸੀਂ ਆਪਣੀ ਲੈਂਗੁਏਜ ਬੋਲੋ। ਹਾਂ ਠੀਕ ਹੈ, ਜੇ ਕਿਤੇ ਤੁਹਾਡੇ ਉੱਤੋਂ ਪਾਣੀ ਸਿਰ ਦੇ ਉੱਤੋਂ ਲੰਘ ਜਾਂਦਾ ਹੈ ਤਾਂ ਤੁਹਾਨੂੰ ਕੋਈ ਗੱਲ ਕਰਨੀ ਪੈਂਦੀ ਆਪਣੇ ਧਰਮ ਦੇ ਲਈ, ਆਪਣੇ ਪਰਿਵਾਰ ਦੇ ਲਈ, ਤੇ ਫਿਰ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਉਸਦਾ ਹੀਲਾ ਬੇਹੀਲਾ ਆਪਣੀ ਪ੍ਰੋਟੈਕਸ਼ਨ ਦੇ ਲਈ ਆਪਣਾ ਕਰਨਾ ਪਊਗਾ, ਔਰ ਕਰਦੇ ਵੀ ਹਨ, ਕਰਨਗੇ ਵੀ। ਇਸ ਲਈ ਹੀ ਜਿਹੜਾ ਜਨਗਣਨਾ ਦੇ ਵਿੱਚ ਰਵਿਦਾਸੀਆ ਧਰਮ ਦਾ ਆਉਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਅੱਜ ਜੇ ਮਾਣ ਨਾਲ ਚਮਾਰ ਕਹਿੰਦੇ ਹਾਂ, ਰਵਿਦਾਸੀਆ ਕਹਿੰਦੇ ਹਾਂ, ਤੇ ਸਾਨੂੰ ਫਖਰ ਹੈ, ਸਾਨੂੰ ਕੋਈ ਲੁਕੋ ਵਾਲੀ ਗੱਲ ਨਹੀਂ। ਜਿਸ ਤਰ੍ਹਾਂ ਦੂਸਰੇ ਧਰਮਾਂ ਦੇ ਸਿੱਖ ਆਪਣੇ ਆਪ ਨੂੰ ਸਿੱਖ ਕਹਾਉਂਦੇ, ਹਿੰਦੂ ਕਹਾਉਂਦੇ, ਮੁਸਲਮਾਨ ਕਹਾਉਂਦੇ ਆ, ਬੋਧੀ ਕਹਾਉਂਦੇ ਆ, ਸਾਨੂੰ ਵੀ ਆਪਣਾ ਫਖਰ ਹੈ ਕਿ ਅਸੀਂ ਰਵਿਦਾਸੀਆ ਕਹਾਉਣਾ ਹੈ। ਲੇਕਿਨ ਮੈਂ ਇੱਕ ਜ਼ਰੂਰ ਇੱਥੇ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਸਾਡਾ ਤੁਹਾਡਾ ਧਰਮ ਗ੍ਰੰਥ ਬਣ ਜਾਂਦਾ ਹੈ, ਸਾਨੂੰ ਆਪਣੇ ਰੀਤੀ ਰਿਵਾਜ ਵੱਖਰੇ ਸਾਡੇ ਹੋਣੇ ਚਾਹੀਦੇ ਹਨ ਕਿ ਸਾਡੀ ਜਿਹੜੀ ਪਹਿਚਾਣ ਹੈ ਸਾਡੇ ਧਰਮ ਗ੍ਰੰਥ ਦੀ ਤਰ੍ਹਾਂ ਹੋਣੀ ਚਾਹੀਦੀ ਹੈ, ਨਾ ਕਿ ਅਸੀਂ ਰੀਤੀ ਰਿਵਾਜ ਜਿਹੜੇ ਪੁਰਾਣੇ ਆ ਉਹ ਚੱਲਦੇ ਆ। ਚਾਹੇ ਅੱਜ ਮੈਂ ਕਹਿਣ ਤੋਂ ਮੈਨੂੰ ਕੋਈ ਗਰੇਜ਼ ਨਹੀਂ ਕਿ ਜਿਹੜੇ ਦੂਸਰੇ ਧਰਮਾਂ ਦੇ ਵਿੱਚ ਵੀ ਜਾ ਚੁੱਕੇ ਹਨ ਸਾਡੇ ਹੀ ਲੋਕ, ਉਹ ਅੱਜ ਵੀ ਰੀਤੀ ਰਿਵਾਜ ਉਹੀ ਜੋ ਅੱਜ ਤੋਂ 500 ਸਾਲ ਜਾਂ 700 ਸਾਲ ਜਾਂ 1000 ਸਾਲ ਪਹਿਲਾਂ ਰੀਤੀ ਰਿਵਾਜ ਚੱਲਦੇ, ਅੱਜ ਹੀ ਉਹ ਮਨਾਉਂਦੇ ਆ। ਅੱਜ ਹੀ ਕੁੜੀ ਦੇ ਵਿਆਹ ਦੇ ਉੱਤੇ ਕੱਪੜੇ ਲਾਲ ਪਾਉਂਦੇ ਆ, ਅੱਜ ਹੀ ਮਾਮੇ ਤੋਂ ਕੰਗਣਾ ਬਣਾਉਂਦੇ ਤੇ ਮਾਮੇ ਤੋਂ ਕੰਗਣਾ, ਜੀਜੇ ਤੋਂ ਪੱਗ ਜਿਹੜੀ ਆ ਕੀ ਸਿਹਰਾ ਕਲਾਉਂਦੇ ਆ। ਜੇ ਤਾਂ ਉਹਨੇ ਰੀਤੀ ਰਿਵਾਜ ਛੱਡ ਦਿੱਤੇ ਫਿਰ ਤਾਂ ਮੈਂ ਉਹਨਾਂ ਨੂੰ ਸਲੂਟ ਕਰਦਾ ਆ। ਚਰਨਦਾਸ ਧੜਕ ਜੀ ਨੇ ਇੱਕ ਵਾਰੀ ਜਦੋਂ ਇੰਗਲੈਂਡ ਦੀ ਧਰਤੀ ਤੇ 1981 ਚ ਆਏ ਸੀਗੇ, ਉਹਨਾਂ ਨੇ ਇੱਕ ਗੱਲ ਬਹੁਤ ਵੱਡੀ ਗੱਲ ਕਹੀ ਸੀ, ਕਹਿੰਦਾ ਤੁਹਾਨੂੰ ਧਰਮ ਪਰਿਵਰਤਨ ਦੀ ਲੋੜ ਨਹੀਂ, ਜੋ ਰੀਤੀ ਰਿਵਾਜ ਆ ਦੂਸਰੇ ਧਰਮ ਦੇ ਤੁਸੀਂ ਛੱਡ ਦਿਓ, ਤੁਹਾਡਾ ਧਰਮ ਪਰਿਵਰਤਨ ਆਪੇ ਹੋ ਜਾਂਦਾ ਆ। ਜਿੰਨਾ ਚਿਕ ਰੀਤੀ ਰਿਵਾਜ ਉਹਨਾਂ ਦੇ ਜੇ ਮਰੇ ਉਹਦੇ ਉੱਤੇ ਤੁਸੀਂ ਚਿੱਟਾ ਕੱਪੜਾ ਪਾਉਂਦੇ, ਤੁਸੀਂ ਕਾਲਾ ਪਾਉਣਾ ਚਾਲੂ ਕਰ ਦਿਓ, ਲਾਲ ਪਾਉਣਾ ਚਾਲੂ ਕਰ ਦਿਓ,
ਤੇ ਤੁਹਾਡੇ ਰੀਤੀ ਰਿਵਾਜ ਵੱਖਰੇ ਹੋ ਗਏ। ਜੇ ਵਿਆਹ ਵੇਲੇ ਤੁਸੀਂ ਘੋੜੀ ਤੇ ਚੜ੍ਹ ਕੇ ਜਾਂਦੇ ਆ ਜਾਂ ਕਿਸੇ ਤਰ੍ਹਾਂ ਜਾਂਦੇ, ਤੁਸੀਂ ਕਾਰ 'ਚ ਜਾਵੋ ਜਾਂ ਹੋਰ ਹੈਲੀਕਾਪਟਰ ਜਹਾਜ਼ 'ਚ ਚੱਲ ਜਾਓ, ਉਦੋਂ ਉੱਤੇ 'ਚ ਕੰਮ ਕਰੋ ਜਿਹੜੇ ਕਰਨੇ ਆ। ਤੇ ਉਹ ਸਾਰੇ ਜੇ ਕੁੜੀ ਦੇ ਕੱਪੜਾ ਲਾਲ ਪਾਉਣੇ ਆ ਜਾਂ ਮੁੰਡੇ ਦੇ ਸਰਵੱਲ ਪੱਗ ਦੂਆ ਬੰਨ੍ਹਦੇ ਆ, ਸਿਹਰੇ ਬੰਨ੍ਹਦੇ ਆ, ਉਹਦੇ ਨਾ ਬੰਨੋ, ਵਿਆਹ ਤਾਂ ਹੋ ਹੀ ਜਾਣਾ ਆ। ਇਸ ਤਰ੍ਹਾਂ ਦੇ ਰੀਤੀ ਰਿਵਾਜ ਜਿਹੜੇ ਸਾਨੂੰ ਤਿਆਗਣੇ ਪਊਗੇ। ਹਾਂ, ਜਿਹੜੇ ਪੁੱਠੇ ਕਰਮ ਕਾਂਡ ਆ ਸਾਨੂੰ ਉਹਨਾਂ ਨੂੰ ਵੀ ਤਿਆਗਣਾ ਪਊਗਾ। ਇਹ ਨਹੀਂ ਕਿ ਅਸੀਂ ਆਪਣੇ ਧਰਮ ਗ੍ਰੰਥ ਨੂੰ ਮਾਨਤਾ ਦੇਈਏ ਲੇਕਿਨ ਰੀਤੀ ਰਿਵਾਜ ਅਸੀਂ ਉਹਨਾਂ ਦੇ ਮੰਨੀਏ। ਜਿਸ ਤਰ੍ਹਾਂ ਕਿ ਕੱਲ ਪਰਸੋਂ ਜਾਂ ਪਿਛਲੇ ਮਹੀਨੇ ਰੀਤੀ ਰਿਵਾਜ ਸਾਡੇ ਉਹੀ ਚੱਲਦੇ ਆ ਲੋਕਾਂ ਸਾਡਿਆਂ ਦੇ, ਲੇਕਿਨ ਇਹਨਾਂ ਤੋਂ ਸਾਨੂੰ ਉੱਪਰ ਉੱਠਣਾ ਪਊਗਾ ਤਾਂ ਕਿ ਅਸੀਂ ਰਵਿਦਾਸੀਆ ਕਹਾ ਸਕੀਏ। ਰਵਿਦਾਸੀਆ ਕੌਲਮ ਬਣੂਗਾ ਔਰ ਬਣੇਗਾ। ਇਹ ਗੌਰਮੈਂਟ ਦੇ ਵਿੱਚ ਵੀ ਹਲਚਲ ਹੋ ਚੁੱਕੀ ਹੈ। ਜਿਹੜੇ ਲੋਕ ਕਹਿੰਦੇ ਇਹਨਾਂ ਨੂੰ ਦੇਖਾਂਗੇ ਕੀ ਕਰ ਲੈਂਦੇ ਆ, ਉਹ ਦੇਖਦੇ ਹੀ ਰਹਿਣਗੇ ਕਿ ਕੀ ਇਹ ਅਸੀਂ ਕੀ ਕਰ ਰਹੇ ਆ ਰਵਿਦਾਸੀਏ। ਅੱਜ ਰਵਿਦਾਸੀਆ ਸਮਾਜ ਵਰਲਡ ਵਾਈਡ ਜਾਗ ਚੁੱਕਾ ਹੈ। ਪਹਿਲਾਂ ਪੰਜਾਬ ਦੇ ਵਿੱਚ ਹੀ ਰਵਿਦਾਸੀਆ ਜਾਗਦਾ ਸੀ, ਅੱਜ ਪੂਰੇ ਭਾਰਤ ਦੇਸ਼ ਦੀ ਸਟੇਟਾਂ ਦੇ ਵਿੱਚ ਜਾਗ ਚੁੱਕਾ ਹੈ। ਅੱਜ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਘਰ ਘਰ ਦੇ ਵਿੱਚ ਨਹੀਂ, ਗੁਰੂ ਘਰਾਂ ਦੇ ਗੁਰੂ ਘਰਾਂ ਦੇ ਵਿੱਚ ਹੀ ਨਹੀਂ, ਘਰ ਘਰ ਦੇ ਵਿੱਚ ਵੀ ਪ੍ਰਕਾਸ਼ ਹੋ ਚੁੱਕਾ ਹੈ। ਅੱਜ ਅੰਮ੍ਰਿਤ ਬਾਣੀ ਦੀ ਇੰਨੀ ਥੋੜ ਹੋ ਚੁੱਕੀ ਆ ਕਿ ਸਾਨੂੰ ਉਹ ਜਿਹੜੀ ਪ੍ਰਿੰਟਿੰਗ ਕਰਾਉਣੀਆਂ ਵੀ ਬੜੀਆਂ ਮੁਸ਼ਕਲ ਹੋ ਚੁੱਕੀਆਂ ਆ ਕਿ ਇੰਨੇ ਲੋਕ ਜਿਹੜੇ ਜਾਗਰੂਕ ਹੋ ਚੁੱਕੇ ਹਨ। ਆ ਜਨਗਣਨਾ ਦੇ ਬਾਰੇ ਤਾਂ ਛੱਡ ਹੀ ਦਾ, ਕਰੋੜਾਂ ਦੇ ਵਿੱਚ ਹੀ ਜਿਹੜੇ ਇਨਵਾਲੇ ਜਾਂ ਹਰ ਦੇ ਨਿਸ਼ਾਨ ਦੇ ਝੰਡੇ ਆ ਜਾਂ ਫਲੈਗ ਆ ਜਾਂ ਘਰਾਂ ਦੇ ਉੱਤੇ ਸਟicker ਜਾਂ ਕਾਰਾਂ ਦੇ ਉੱਤੇ ਸਟicker ਆ, ਹਰੇਕ ਸੰਸਥਾ ਆਪਣੇ ਵੱਲੋਂ ਬਣਵਾ ਰਹੀ ਹੈ। ਹਰੇਕ ਗੁਰੂ ਘਰ ਆਪਣੇ ਵੱਲੋਂ ਬਣਵਾ ਰਿਹਾ ਹੈ। ਹਰੇਕ ਜਿਹੜੀਆਂ ਵੀ ਸਾਧੂ ਸੰਤ ਸਮਾਜ ਆ ਉਹ ਆਪਣੇ ਵੱਲੋਂ ਬਣਵਾ ਰਹੇ ਹਨ। ਇਸ ਦੇ ਨਾਲ ਜਿਹੜੀ ਆ ਸਾਡੀ ਤਾਕਤ ਔਰ ਪਾਵਰ, ਜਿਹੜਾ ਸਾਡਾ ਜਦੋਂ ਝੰਡਾ ਜਿਹੜਾ ਫਲੈਗ ਹੈ ਸਾਡਾ, ਜਿਹੜਾ ਅਸਲ ਚੀਜ਼ ਆ, ਜਦੋਂ ਤੁਹਾਡੇ ਹੱਥ 'ਚ ਵਿੱਚ ਹੋਊਗਾ, ਤੁਹਾਡੇ ਬੱਚਿਆਂ ਦੇ ਹੱਥ 'ਚ ਹੋਊਗਾ, ਤੁਹਾਡੇ ਭੈਣ ਭਰਾਵਾਂ ਦੇ ਹੱਥ 'ਚ ਹੋਊਗਾ, ਤੁਹਾਨੂੰ ਅਗਲਾ ਦੂਆ ਉੱਦਾਂ ਨਹੀਂ ਬੋਲੂਗਾ, ਉਹ ਆਪੇ ਕਹੂਗਾ ਇਹ ਰਵਿਦਾਸੀਏ ਜਾਂਦੇ ਆ। ਜਦੋਂ ਹਰ ਦਾ ਨਿਸ਼ਾਨ ਹੋਊਗਾ ਉਹ ਆਪੇ ਕਹਿਣਗੇ ਕਿਹੜੇ ਕੌਣ ਆ ਜੀ, ਇਹ ਰਵਿਦਾਸੀਏ ਜਾ ਰਹੇ ਆ। ਤੇ ਇਹ ਜਿਹੜੀ ਇੱਕ ਪਹਿਚਾਨ ਬਣਾਉਣ ਦੇ ਲਈ ਬੜਾ ਕੁਝ ਦੇਣਾ ਪੈਂਦਾ, ਖੋਣਾ ਪੈਂਦਾ ਆ, ਫਿਰ ਪਹਿਚਾਨ ਬਣਦੀ ਆ। ਜੇ ਸਾਡੇ ਮਹਾਂਪੁਰਸ਼ਾਂ ਨੇ ਇਸ ਚੀਜ਼ ਨੂੰ ਆਰੰਭਿਆ ਹੈ ਤੇ ਸਾਡਾ ਫਰਜ਼ ਬਣਦਾ ਸੀ ਇਸ ਦੇ ਉੱਤੇ ਪਹਿਰਾ ਦੇਈਏ। ਹਾਂਜੀ ਸੁਰਿੰਦਰ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਸਾਨੂੰ ਇੱਕ ਦੂਜੇ ਨੂੰ ਕੰਡੈਮ ਕਰਨ ਦੇ ਨਾਲੋਂ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਕਨਵਿੰਸ ਕਰ ਸਕੀਏ ਕਿ ਉਹ ਰਵਿਦਾਸੀਆ ਲਿਖਣ। ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਬੰਦੇ ਆਪਣੀ ਕਮਿਊਨਿਟੀ ਦੇ ਬੰਦੇ ਇੱਕ ਦੂਜੇ ਦੀਆਂ ਜਿਹੜੀਆਂ ਲੱਤਾਂ ਖਿੱਚ ਰਹੇ, ਉਹ ਚੀਜ਼ ਗਲਤ ਆ, ਉਹ ਹੋਣੀ ਨਹੀਂ ਚਾਹੀਦੀ। ਸਾਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ, ਨਾ ਕਿ ਜਿੱਦਾਂ ਹੁਣ ਤੁਸੀਂ ਕੰਮ ਕਰ ਰਹੇ ਹੋ ਆਜ਼ਾਦ ਟੀਵੀ ਦੇ ਤੌਰ ਤੇ, ਕੋਈ ਹੋਰ ਵੀ ਆਪਣਾ ਜਿੰਨਾ ਮੀਡੀਆ ਵੱਧ ਤੋਂ ਵੱਧ ਕੰਮ ਕਰੇ ਚੰਗੀ ਚੀਜ਼ ਆ, ਪਰ ਜੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਏ ਉਹ ਠੀਕ ਨਹੀਂ। ਕਿਉਂਕਿ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਆਜ਼ਾਦ ਟੀਵੀ ਦੇ ਉੱਤੇ। ਜਿਹੜੇ ਕੌਮ ਦੀ ਸੋਚ ਦੇ ਬੰਦੇ ਤੁਹਾਡੇ ਨਾਲ ਬਿਲਕੁਲ ਸਲਾਹ ਰੱਖਦੇ ਆ, ਉਹ ਤੁਹਾਡਾ ਸਾਥ ਦੇ ਰਹੇ ਆ, ਇਹ ਰਲ ਮਿਲ ਕੇ ਚੱਲ ਰਿਹਾ ਆ। ਪਰ ਦੂਸਰੇ ਬੰਦਿਆਂ ਨੂੰ ਇਹਦੇ ਵਿੱਚ ਇਤਰਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਸੀਂ ਇੱਥੇ ਕੋਈ ਮਾੜੀ ਗੱਲ ਨਹੀਂ ਕਰ ਰਹੇ, ਤੁਸੀਂ ਕੌਮ ਦੀ ਗੱਲ ਕਰ ਰਹੇ ਆ, ਕੌਮ ਦੇ ਕੋਈ ਬਰਖਲਾਫ ਨਹੀਂ ਕਰ ਰਹੇ। ਕਿਉਂਕਿ ਜਿਹੜੇ ਇਹੋ ਜਿਹੇ ਬੰਦੇ ਆ ਉਹਨਾਂ ਨੂੰ ਕੰਡੈਮ ਕਰਨਾ ਚਾਹੀਦਾ। ਜੇ ਉਹ ਇਸ ਪ੍ਰੋਗਰਾਮ ਦੇ ਬਾਰੇ ਬੋਲਦੇ ਆ, ਉਹਨਾਂ ਦਾ ਕੋਈ ਵੀ ਪ੍ਰੋਗਰਾਮ ਆਪਣਾ ਵੱਧ ਤੋਂ ਵੱਧ ਚੰਗਾ ਹੋਰ ਵੀ ਚੰਗਾ ਕਰਨ ਹੋ, ਪਰ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਬੋਲਣ ਦਾ ਕੋਈ ਹੱਕ ਨਹੀਂ। ਤੇ ਸਾਨੂੰ ਰਲ ਮਿਲ ਕੇ ਇਹ ਗੱਲ ਉੱਥੇ ਹੀ ਐਂਡ ਤੇ ਆ ਕੇ ਆਪਾਂ ਰਵਿਦਾਸੀਆ ਧਰਮ ਵੱਧ ਤੋਂ ਵੱਧ ਲਿਖੀਏ ਤੇ ਆਪਣੀ ਜਨਤਾ ਨੂੰ ਕਨਵਿੰਸ ਕਰੀਏ। ਹਾਂਜੀ ਸੁਰਿੰਦਰ ਜੀ ਧੰਨਵਾਦ। ਤੇ ਜਿਹੜੀ ਗੱਲ ਅਸੀਂ ਉਹੀ ਕਰਦੇ ਹਾਂ ਕਿ ਸਾਡਾ ਜਿਹੜਾ ਆ ਮਰਦਸ਼ੁਮਾਰੀ ਦੇ ਵਿੱਚ ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿੱਥੋਂ ਤੱਕ ਤੁਸੀਂ ਰਿਚੁਅਲ ਵਹਿਮ ਭਰਨ ਦੀ ਗੱਲ ਕੀਤੀ, ਇਹਦੇ ਬਾਰੇ ਮੈਂ ਬਿਲਕੁਲ ਸਹਿਮਤ ਹਾਂ ਜੀ। ਕਿਉਂਕਿ ਅਸੀਂ ਮੈਨੂੰ ਹਮੇਸ਼ਾ ਸ਼ੇਰ ਯਾਦ ਆ ਗਿਆ, ਕੁੱਤਾ ਰੋਵੇ ਚੁੱਪ ਕਰਾਉਂਦੀ ਦੁਨੀਆ ਵੇਖੀ ਮੈਂ, ਕੁੱਤਾ ਰੋਵੇ ਚੁੱਪ ਕਰਾਉਂਦੀ ਦੁਨੀਆ ਵੇਖੀ ਮੈਂ, ਬੰਦਾ ਰੋਵੇ ਹੋਰ ਰੋਂਦੀ ਦੁਨੀਆ ਵੇਖੀ ਮੈਂ, ਜਿਉਂਦੇ ਜੀ ਜਿਸ ਬਾਪੂ ਨੂੰ ਰੋਟੀ ਦਿੱਤੀ ਗਈ, ਮਰਨ ਤੋਂ ਬਾਅਦ ਪਿੰਡ ਰਜਾਉਂਦੀ ਦੁਨੀਆ ਵੇਖੀ ਮੈਂ, ਮਰਨ ਤੋਂ ਬਾਅਦ ਪਿੰਡ ਰਜਾਉਂਦੀ ਦੁਨੀਆ ਵੇਖੀ ਮੈਂ। ਇਹ ਸਾਡੇ ਰਿਚੁਅਲ ਰੀਤੀ ਰਿਵਾਜ ਹਨ। ਆਓ ਅਸੀਂ ਜਿਹੜੇ ਕਿ ਜਿੰਦੇ ਜੀ ਬਾਪੂ ਨੂੰ ਅਸੀਂ ਰੋਟੀ ਦੇ ਨਹੀਂ ਸਕਦੀ, ਬਾਅਦ ਦੇ ਵਿੱਚ ਅਸੀਂ ਕੋਕੋ ਕਰਕੇ ਸਾਰਾ ਪਿੰਡ ਜਾਨਵਰਾਂ ਨੂੰ ਕੋਕੋ ਕਰਕੇ ਰੋਟੀਆਂ ਦਿੰਦੇ ਆ। ਇਸ ਕਰਕੇ ਆਪ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ। ਜਿਹੜਾ ਸਾਡਾ ਮੇਨ ਕੰਮ ਹੈ, ਕਰਮ ਹੈ, ਪੋਲੀਟੀਕਲੀ ਸੋਸ਼ਲੀ ਸਪਿਰਿਚੁਅਲਿਜ਼ਮ ਆ, ਉਹਨੂੰ ਕਰੀਏ। ਮੈਂ ਇਹ ਪ੍ਰੋਗਰਾਮ ਐਂਡ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਸੁੱਚਾ ਭਾਖੜੀ ਵਾਲੇ ਦੇ ਡੈਡੀ ਜੀ ਦੀ ਗੱਲ ਕੀਤੀ ਸੀ, ਸੁੱਚਾ ਜੀ ਦੇ ਨਾਲ ਸਾਡੀ ਬਹੁਤ ਸਾਂਝ ਸ਼ੁਰੂ ਤੋਂ ਹੈ। ਅਸੀਂ ਉਹ ਸਾਰੇ ਪਰਿਵਾਰ ਦੇ ਨਾਲ ਆਜ਼ਾਦ ਟੀਵੀ ਕੌਮ ਦੀ ਸੋਚ ਵਿੱਚ ਅਸੀਂ ਆਪਣੇ ਵੱਲੋਂ ਉਹਨਾਂ ਦੇ ਪਰਿਵਾਰ ਲਈ ਅਸੀਂ ਸੁੱਖ ਦੀ ਕਾਮਨਾ ਕਰਦੇ ਹਾਂ। ਔਰ ਕਿ ਜਿਹੜੇ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਜੀਣਾ ਝੂਠ ਤੇ ਮਰਨਾ ਸੱਚ, ਇਹ ਹੈ ਕਿ ਬਿਲਕੁਲ ਇਹ ਸੱਚਾਈ ਹੈ। ਸਾਰਿਆਂ ਨੇ ਜੋ ਆਇਆ ਸੋ ਚੱਲ ਸੀ,
ਸਾਰੋ ਬਾਰੀ ਵਾਰੀਏ। ਅਸੀਂ ਇੱਕ ਪਰਸਨਲੀ ਤੌਰ 'ਤੇ ਸੋਚਿਆ ਜੀ ਬਜ਼ੁਰਗਾਂ ਦੀ ਜਿਹੜੀ ਕਿ ਹੋਂਦ ਹੈ ਉਹਨਾਂ ਦੀ ਜਿਹੜੀ ਕਿ ਘਾਟ ਹਮੇਸ਼ਾ ਰਹਿੰਦੀ ਹੈ। ਇਕੱਲੇ ਤੁਹਾਨੂੰ ਨਹੀਂ, ਸਾਰੇ ਤੁਹਾਡੇ ਪਰਿਵਾਰ ਨੂੰ, ਸਾਰਿਆਂ ਨੂੰ ਆਓ ਅਸੀਂ ਇੱਕ ਵਾਰੀ ਫੇਰ ਅਰਦਾਸ ਕਰਦੇ ਹਾਂ। ਆਓ ਗਾਏ ਬਗਾਏ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਜੋ ਕਿਸੇ ਤਰੀਕੇ ਨਾਲ ਵੀ ਤੁਹਾਡੇ ਨਾਲ ਪਰਸਨ ਮਿਲ ਕੇ ਵੀ ਦੁੱਖ ਸਾਂਝਾ ਕਰੀਏ। ਜਦੋਂ ਕਦੋਂ ਵੀ ਤਾਂ ਟਾਈਮ ਲੱਗਦਾ ਤੁਹਾਨੂੰ ਪਤਾ ਆਪਾਂ ਕਿੱਥੇ ਮਿਲ ਸਕਦੇ ਹਾਂ, ਜ਼ਰੂਰ ਆ ਕੇ ਆਪਾਂ ਇੱਕ ਦੂਜੇ ਦੇ ਦੁੱਖ ਸਾਂਝੀ ਕਰਾਂਗੇ। ਇੱਕ ਵੀ ਉਸ ਨਾਲ ਫਿਰ ਆਓ ਅਸੀਂ ਰਲ ਮਿਲ ਕੇ ਇੱਕ ਬਹੁਤੀਆਂ ਸਾਂਝਾਂ ਪਾਈਏ, ਕਮਿਊਨਿਟੀ ਨੂੰ ਇਕੱਠੇ ਕਰੀਏ। ਅਸੀਂ ਹਰ ਵੇਲੇ ਜੇ ਇੱਦਾਂ ਦੇ ਕੰਮ ਕਰਦੇ ਰਹੇ ਤਾਂ ਅਸੀਂ ਹੋਰ ਕੰਮ ਕੀ ਕਰਨੇ ਹਨ। ਜੇ ਕਿਸੇ ਦੇ ਕੋਲ ਕੋਈ ਇੱਦਾਂ ਦੇ ਏਜੰਡੇ ਰਹਿੰਦੇ ਹਨ ਉਹ ਕਿਸੇ ਨਾ ਕਿਸੇ ਛੇੜਨਾ। ਪਰ ਇਹ ਤੁਹਾਨੂੰ ਪਤਾ ਕਿ ਜਦੋਂ ਕੋਈ ਵੀ ਬੰਦਾ ਕਿਸੇ ਬਾਰੇ ਸੋਚਦਾ, ਮੈਂ ਹਮੇਸ਼ਾ ਕਹਿੰਦਾ ਜਦੋਂ ਤੌੜੀ ਉਬਲਦੀ ਹੈ ਨਾ, ਕੰਡੇ ਆਪਣੇ ਸਾੜਦਾ, ਪਹਿਲਾਂ ਆਪਣੇ ਉਹਨੂੰ ਦੁਖੀ ਕਰਦੇ ਆ। ਪਹਿਲਾਂ ਤੁਸੀਂ ਆਪਣਾ ਜਿਹੜਾ ਕਿ ਪੀਸ ਆਫ ਮਾਈਂਡ, ਜਿਹੜਾ ਸਕੂਨ ਹੈ, ਉਹਨੂੰ ਤੁਸੀਂ ਆਪਣੇ ਆਪ ਨੂੰ ਤੰਗ ਕਰ ਰਹੇ ਆ, ਆਪਣੇ ਆਪ ਨੂੰ ਸਾੜਦੇ ਆ, ਆਪਣੇ ਆਪ ਨੂੰ ਤੁਸੀਂ ਇਹੋ ਜਿਹੀ ਸਿਚੁਏਸ਼ਨ ਲਿਆਉਂਦੇ ਆ ਅਤੇ ਉਹਦੇ ਵਿੱਚ ਤੁਸੀਂ ਹੋਰ ਕਿਸੇ ਦਾ ਕੀ ਕਰ ਜਾਣਾ ਹੈ। ਇਸ ਕਰਕੇ ਆਓ ਰਲ ਮਿਲ ਕੇ ਸੋਹਣੀਆਂ ਸਾਂਝਾਂ ਪਾਈਏ ਅਤੇ ਰਲ ਮਿਲ ਕੇ ਚੱਲੀਏ ਜੀ। ਸੁਰਿੰਦਰ ਜੀ ਸੋਚਿਆ ਜੀ ਭਾਖੜੀਆਣੇ ਦਾ ਉਹਨਾਂ ਦੇ ਪਿਤਾ ਜੀ ਸੇਵਾਰਾਮ ਭਾਖੜੀਆਣਾ ਜੋ ਸਾਬਕਾ ਸਰਪੰਚ ਸਨ ਭਾਖੜੀਆਣੇ ਦੇ, ਉਹ ਸਾਨੂੰ ਅਲਵਿਦਾ ਕਹਿ ਗਏ ਆ ਪਿਛਲੇ ਮਹੀਨੇ, ਅਤੇ ਤੁਸੀਂ ਵੀ ਉਹਨਾਂ ਦੇ ਨਾਲ ਦੁੱਖ ਸਾਂਝਾ ਕਰੋ। ਸਾਨੂੰ ਇਹ ਖਬਰ ਸੁਣ ਕੇ ਬੜਾ ਸ਼ੌਕ ਲੱਗਾ, ਕਿਉਂਕਿ ਸੁੱਚਾ ਜੀ ਬਹੁਤ ਹੀ ਕਮਿਊਨਿਟੀ ਦੇ ਸੇਵਾਦਾਰ ਹਨ। ਅਸੀਂ ਵਾਹਿਗੁਰੂ ਦੇ ਮੂਹਰੇ ਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਸਾਰੇ ਪਰਿਵਾਰ ਨੂੰ ਬਲ ਬਖਸ਼ੇ ਤਾਂ ਕਿ ਉਹ ਕੌਮ ਦੀ ਸੇਵਾ ਕਰਨ ਜਿਸ ਤਰ੍ਹਾਂ ਕਰ ਰਹੇ ਆ। ਅਤੇ ਸਾਨੂੰ ਸੁੱਚਾ ਜੀ ਨਾਲ ਬਹੁਤ ਬਹੁਤ ਸੋਗ ਹੈ ਅਤੇ ਅਸੀਂ ਵਾਹਿਗੁਰੂ ਦੇ ਅੱਗੇ ਫਿਰ ਹੀ ਅਰਦਾਸ ਕਰਦੇ ਹਾਂ ਸਾਰੇ ਪਰਿਵਾਰ ਨੂੰ ਬਲ ਬਖਸ਼ੇ ਤਾਂ ਕਿ ਉਹ ਗਾਹਾਂ ਆਪਣੇ ਪਰਿਵਾਰ ਦੇ ਕਾਰੋਬਾਰ ਕਰਨ। ਜੀ ਧੰਨਵਾਦ ਸੁਰਿੰਦਰ ਜੀ। ਅਤੇ ਜਿਸ ਤਰ੍ਹਾਂ ਅਸੀਂ ਸਟਾਰਟਿੰਗ ਤੋਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਕਿ ਅਸੀਂ ਜਿਹੜੀ ਗੱਲ ਹੈ ਅੱਜ ਤੇ ਸਿਰਫ ਮਰਦਮਸ਼ੁਮਾਰੀ ਅਤੇ ਜਨਗਣਨਾ 'ਤੇ ਕਰਨੀ ਆ, ਲੇਕਿਨ ਜਿਹੜਾ ਵਿੱਚ ਕਈ ਵਾਰੀ ਫੋਨ ਕਾਲ ਆਉਣ ਦੇ ਨਾਲ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਗੱਲਬਾਤ ਹੁੰਦੀ ਆ, ਤੁਹਾਨੂੰ ਉਸ ਮੁੱਦੇ 'ਤੇ ਜਾਣਾ ਪੈਂਦਾ। ਜੇ ਤੁਸੀਂ ਉਸ ਮੁੱਦੇ ਨੂੰ ਟੱਚ ਨਹੀਂ ਕਰਦੇ ਅਤੇ ਲੋਕ ਇਹ ਸਮਝਦੇ ਆ ਕਿ ਮੀਡੀਆ ਚਲਾਉਂਦੇ ਹਨ ਅਤੇ ਚੁੱਪ ਕਰਕੇ ਬੈਠ ਕੇ ਗੱਲ ਸੁਣ ਕੇ ਉਸ ਦਾ ਜਵਾਬ ਨਹੀਂ ਦਿੱਤਾ। ਇੱਕ ਮੈਂ ਜ਼ਰੂਰ ਗੱਲ ਕਹਿਣੀ ਚਾਹੁੰਦਾ, ਜਦੋਂ ਤੋਂ ਵੀ ਅਸੀਂ ਰਵਿੰਦਰ ਚੌਹਾਨ ਜੀ ਜਾਂ ਸੁਰਿੰਦਰ ਜੀ ਜਾਂ ਤਿੰਨੇ ਜਣੇ ਅਸੀਂ ਪ੍ਰੋਗਰਾਮ ਕਰਦੇ ਹਾਂ TV ਦਾ, ਜਦੋਂ ਤੋਂ ਵੀ TV ਜਿਹੜਾ ਚੱਲਿਆ, ਪਹਿਲਾਂ TV ਸੀ ਜਾਂ ਹੁਣ ਸਾਡੇ ਦੀ ਗੱਲ ਕਰਦੇ ਹਾਂ, ਅਸੀਂ ਉਸ ਵਕਤ ਵੀ ਇਹੀ ਮੈਂ ਗੱਲ ਕਹੀ ਸੀ ਕਿ ਜੇ ਗੱਲ ਮੈਂ ਰਮੇਸ਼ ਕਲੀਅਰ ਕਰਦਾ ਹੈ ਅਤੇ ਉਹ ਗੱਲ ਸੱਚ ਔਰ ਸੱਚਾਈ ਦੀ ਕਰਨੀ ਆ, ਕੋਈ ਝੂਠ ਦਾ ਪੜਦਾ ਪੱਲਾ ਨਹੀਂ ਫੜਨਾ। ਜੇ ਮੈਂ TV ਚਲਾ ਕੇ ਛੱਡ ਸਕਦਾ ਹਾਂ TV ਕਿਸੇ ਨੂੰ, ਤਾਂ ਮੈਂ ਆਪਣਾ TV ਵੀ ਚਲਾ ਸਕਦਾ, ਲੇਕਿਨ ਮੇਰੇ ਅੰਦਰ ਕੋਈ ਇੱਦਾਂ ਦੀ ਕਿਸੇ ਨਾਲ ਬੈਰ ਈਰਖਾ ਭਾਵਨਾ ਨਾਲ ਨਹੀਂ ਮੈਂ ਗੱਲ ਕਰਦਾ। ਲੇਕਿਨ ਜਿਹੜੇ ਸਾਡੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਕਿ ਇਹ ਮਹਾਂਪੁਰਸ਼ ਝੇੜੂ ਵਾਲੇ ਬਾਬਾ ਮਹਾਰਾਜ ਕਹਿੰਦੇ ਆ ਕਿ ਝੇੜੂ ਜਿਹੜੀ ਜੁੱਤੀ ਆ ਤਕੜੀ ਨਰੋਈ ਪਾਈ ਆ ਅਸੀਂ, ਅਤੇ ਸਾਨੂੰ ਕੋਈ ਇੱਦਾਂ ਦੀ ਕੋਈ ਕਮੀ ਨਹੀਂ ਹੈਗੀ, ਕਿਸੇ ਗੱਲ ਦੀ ਡਰ ਨਹੀਂ ਗਾ ਕਿਸੇ ਤੋਂ ਵੀ। ਅਤੇ ਜੇ 21 ਪਾਉਣਗੇ 31 ਤਾਂ ਜ਼ਰੂਰ ਪਾਵਾਂਗੇ, 51 ਦੀ ਜਗ੍ਹਾ ਤਾਂ 31 ਤਾਂ ਜ਼ਰੂਰ ਪਾਵਾਂਗੇ। ਅਤੇ ਜੇ ਆਪਣੇ ਆਈ 'ਤੇ ਆਏ ਆ ਤਾਂ ਜੋ ਮਰਜ਼ੀ ਆ ਉਹ ਕਰ ਸਕਦੇ ਹਨ, ਤਾਂ ਅਸੀਂ ਵੀ ਕਰ ਸਕਦੇ, ਕਿਉਂਕਿ ਉਹਨਾਂ ਦੇ ਵਿੱਚ ਤਾਕੜ ਹੈ, ਉਹਨਾਂ ਦੇ ਕੋਲ ਝੂਠ ਹੈ ਅਤੇ ਉਹਨਾਂ ਕੋਲ ਪੈਸਾ ਹੈ। ਲੇਕਿਨ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਜੋ ਬੰਦਾ ਖੜਾ ਹੈ ਉਸ ਦਾ ਨਾਮ ਬਗਾਵਤ ਹੈ, ਉਸ ਦਾ ਨਾਮ ਚੈਲੰਜ ਹੈ, ਅਤੇ ਉਸ ਦੇ ਨਾਲ ਮੱਥਾ ਲਾਉਣਾ ਜਿਸ ਤਰ੍ਹਾਂ ਮਰਜ਼ੀ ਉਹ ਮੱਥਾ ਲਾ ਲੈਣ, ਕੋਈ ਇਸ ਦੇ ਵਿੱਚ ਗੱਲ 'ਚ ਫਿਕਰ ਨਹੀਂ। ਲੇਕਿਨ ਮੈਂ ਫਿਰ ਚਾਹੁੰਦਾ ਹਾਂ, ਮੈਂ ਸਭ ਨੂੰ ਇਹ ਬੇਨਤੀ ਕਰਦਾ, ਰਿਕੁਐਸਟ ਕਰਦਾ ਹਾਂ ਕਿ ਜਿਹੜੀਆਂ ਰਾਹੇ ਬਗਾਹੇ ਤੁਸੀਂ ਗੱਲਾਂ ਕਰਦੇ ਆ ਜਾਂ ਮੈਂ ਕਰਦਾ ਜਾਂ ਤੁਸੀਂ ਕਰਦੇ ਆ, ਇਹ ਗੱਲਾਂ ਨੂੰ ਇੱਥੇ ਬਰਾਮ ਦੇ ਦਿਓ, ਨਹੀਂ ਤਾਂ ਇਹ ਗੱਲਾਂ ਜਿਹੜੀਆਂ ਬਹੁਤ ਦੂਰ ਤੱਕ ਜਾਣਗੀਆਂ। ਇਹ ਇੱਥੇ ਹੀ ਨਹੀਂ ਰਹਿਣਗੀਆਂ, ਸਾਰੇ ਸਮਾਜ ਦੇ ਵਿੱਚ ਵੀ ਜਾਣਗੀਆਂ। ਸਮਾਜ ਵੀ ਅੱਜ ਜਾਣ ਚੁੱਕਾ ਹੈ ਕੌਣ ਭਲਾ ਅਤੇ ਕੌਣ ਮੰਦਾ ਆ, ਕੌਣ ਚੰਗਾ ਅਤੇ ਕੌਣ ਬੁਰਾ ਆ। ਉਸ ਦੇ ਉੱਤੇ ਹੀ ਅਸੀਂ ਗੱਲ ਕਰਾਂਗੇ। ਅਤੇ ਜਦੋਂ ਵੀ ਗੱਲ ਹੋਵੇਗੀ ਕਿਤੇ ਵੀ ਸਮਾਜ ਦੇ ਵਿੱਚ ਬੈਠਾਂਗੇ ਤਾਂ ਕਿਤੇ ਵੀ ਗੱਲ ਹੋਵੇਗੀ ਅਤੇ ਗੱਲ ਨਿੱਤਰ ਕੇ ਹੋਵੇਗੀ, ਸਾਹਮਣੇ ਹੋਵੇਗੀ। ਜੇ 12-12 ਸਾਲਾਂ ਦੀਆਂ ਚੌਧਰਾਂ ਲੈ ਕੇ ਕੁਰਸੀ 'ਤੇ ਬੈਠ ਕੇ ਅਸੀਂ ਆਪਣੇ ਆਪ ਨੂੰ ਪ੍ਰਧਾਨ ਕਹਾਈ ਜਾਣਾ ਅਤੇ ਲਾਹਣਤ ਹੈ ਇਸ ਤਰ੍ਹਾਂ ਦੀ ਪ੍ਰਧਾਨਗੀ ਦੇ। ਅਤੇ ਉਹ ਜਿਹੜੇ ਜਨਰਲ ਸਕੱਤਰ ਬਣੇ ਆ ਜਾਂ ਸੈਕਟਰੀ ਬਣੇ ਜਾਂ ਖਜ਼ਾਨਚੀ ਬਣੇ ਆ, ਮੈਂ ਉਹਨਾਂ ਨੂੰ ਬੇਨਤੀ ਤਿੰਨਾਂ ਭਰਾਵਾਂ ਨੂੰ ਕਰਦਾ ਕਿ ਉਹ ਉਹਨਾਂ ਤੋਂ ਸਵਾਲ ਜਵਾਬ ਨਹੀਂ ਕਰ ਸਕਦੇ। ਕਿ ਯੂਰਪ ਦੀਆਂ ਸੰਗਤਾਂ ਜਿਨ੍ਹਾਂ ਨੇ ਉਹਨਾਂ ਨੂੰ ਅਹੁਦਾ ਦਿੱਤਾ ਸੀ ਕਿ ਉਹ ਉਹਨਾਂ ਨੂੰ ਸਵਾਲ ਜਵਾਬ ਨਹੀਂ ਕਰ ਸਕਦੀਆਂ ਕਿ 2012 ਦੇ ਵਿੱਚ ਤੁਸੀਂ ਮੇਰੇ ਕੋਲ ਪਲੰਦਾ ਪਿਆ ਆ। ਮੈਂ ਜਦੋਂ ਵੀ 1-2 ਵੀਕਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਮੈਂ ਕਰੂੰਗਾ ਉਸ ਮੁੱਦੇ 'ਤੇ ਹੀ ਕਰੂੰਗਾ, ਉਹ ਪਲੰਦਾ ਲਿਆ ਕੇ ਦਿਖਾ ਲੂੰਗਾ ਕਿਹੜੀ ਸਭਾ ਨੇ ਉਹ ਲੈਟਰ ਲਿਖ ਕੇ ਦਿੱਤੇ ਸੀ। ਮੈਂ ਉਹਨਾਂ ਸਭਾਵਾਂ ਨੂੰ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰਧਾਨ ਬਣੇ ਹੋਏ ਜਾਂ ਸੈਕਟਰੀ ਬਣੇ ਜਾਂ ਖਜ਼ਾਨਚੀ ਬਣੇ ਆ ਜਿਨ੍ਹਾਂ ਨੂੰ ਕੋਈ ਪੁੱਛਿਆ ਨਹੀਂ ਜਾ ਰਿਹਾ, ਅਤੇ ਇਸ ਤਰ੍ਹਾਂ ਦੇ ਅਹੁਦੇਦਾਰਾਂ ਨੂੰ ਇਹਨਾਂ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਆ। ਤੁਹਾਡੇ ਕੋਲ ਪਾਵਰ ਹੈ, ਤੁਹਾਡੇ ਗੁਰੂ ਘਰ ਆਪਣੇ ਹਨ, ਸਮਾਜ ਤੁਹਾਡਾ ਆਪਣਾ ਹੈ, ਸਮਾਜ ਤੁਹਾਡੇ ਨਾਲ ਹੈ, ਸੱਚ ਦੇ ਨਾਲ ਹੈ, ਅੰਮ੍ਰਿਤ ਬਾਣੀ ਦੇ ਨਾਲ ਹੈ।
ਅਸੀਂ ਜੇ ਪ੍ਰੋਗਰਾਮ ਖੋਲ੍ਹਿਆ ਕਰਦੇ ਹਾਂ ਤਾਂ ਅਸੀਂ ਸਤਿਗੁਰੂ ਦਾ ਅਮਰ ਦੀ ਅੰਮ੍ਰਿਤ ਬਾਣੀ ਲਈ ਕਰਦੇ ਹਾਂ, ਅਸੀਂ ਬਨਾਰਸ ਮੰਦਿਰ ਦੇ ਲਈ ਕਰਦੇ ਹਾਂ। ਸਾਡੇ ਮਹਾਂਪੁਰਸ਼ ਜਿਹੜੇ ਸਾਨੂੰ ਸੇਧ ਦਿੰਦੇ ਹਨ, ਡੇਰਾ ਸੱਚਖੰਡ ਬੱਲਾ ਦੇ ਮਹੰਤ ਪਸਵੀ ਜਾਂ ਬਾਕੀ ਦੇ ਜੋ ਸਾਧੂ ਸਮਾਜ ਆ ਜੋ ਸਾਨੂੰ ਸੇਧ ਦਿੰਦੇ ਹਨ, ਅਸੀਂ ਉਹਨਾਂ ਦੇ ਕਿਹਾਂ ਦੇ ਪੂਰਨਿਆਂ ਦੇ ਉੱਤੇ ਚੱਲਦੇ ਹਾਂ। ਠੀਕ ਹੈ, ਇਨਸਾਨ ਤੋਂ ਕਈ ਗਲਤੀਆਂ ਹੋ ਜਾਂਦੀਆਂ, ਕਦੀ ਕਈ ਅੱਗੇ ਵੀ ਹੋਣਗੀਆਂ, ਪਹਿਲਾਂ ਵੀ ਹੋਈਆਂ ਹੋਣਗੀਆਂ, ਲੇਕਿਨ ਜੋ ਇਨਸਾਨ ਆਪਣੇ ਆਪ ਨੂੰ ਸੁਧਾਰ ਲੈਂਦਾ ਉਹੀ ਇਨਸਾਨ ਹੁੰਦਾ ਹੈ। ਜਦੋਂ ਕਿ ਅਸੀਂ ਬਨਾਰਸ ਜਾ ਕੇ ਅਸੀਂ ਬੜੇ ਉੱਚੇ ਉੱਚੇ ਜਕਾਰੇ ਨਾਅਰੇ ਲਾਉਂਦੇ ਹਾਂ, ਅਸੀਂ ਲੋਕਾਂ ਦੇ ਵਿੱਚ ਮਿਹਨਤਾਂ ਤਲੜੇ ਕਰ ਕਰਕੇ ਇਹ ਕਹਿੰਦੇ ਹਾਂ ਕਿ ਸਾਡਾ ਸਮਾਜ, ਤੇ ਲੇਕਿਨ ਜਦੋਂ ਸਮਾਜ ਦੀ ਗੱਲ ਆਉਂਦੀ ਆ ਤੇ ਸਾਡੇ ਕੰਨ ਬੰਦ ਹੋ ਜਾਂਦੇ, ਅਸੀਂ ਉੱਥੇ ਬੋਲਣਾ ਬੰਦ ਕਰ ਦਿੰਦੇ ਆ। ਤੇ ਦੂਸਰਿਆਂ ਪ੍ਰੋਗਰਾਮਾਂ ਦੇ ਲੋਕੀ ਜਿਹੜੇ ਸਾਡੇ ਮਹਾਂਪੁਰਸ਼ਾਂ ਦੇ ਬਰਖਲਾਫ ਬੋਲਦੇ, ਅਸੀਂ ਕੋਈ ਨਹੀਂ ਬੋਲਦੇ। ਅਸੀਂ ਜਿਹੜੇ ਅੱਜ ਕੋਲਾ ਨਹੀਂ ਲੈ ਸਕੇ, ਅਸੀਂ ਸਾਰੇ ਭਰਾਵਾਂ ਤੋਂ, ਭੈਣਾਂ ਭਰਾਵਾਂ ਤੋਂ, ਸਰੋਤਿਆਂ ਤੋਂ ਮਾਫੀ ਮੰਗਦੇ ਹਾਂ ਤੇ ਅਗਲੇ ਹਫਤੇ ਤੱਕ ਸਾਨੂੰ ਇਜਾਜ਼ਤ ਦਿਓ। ਜਿੰਦੇ ਰਹੇ ਤਾਂ ਫਿਰ ਮਿਲੇ, ਰੱਬ ਰੱਖਾ। ਜੈ ਗੁਰਦੇਵ, ਜੈ ਭੀਮ, ਜੈ ਮਾਲਵੀ ਕੀ।